एक ओंकार सतनाम करता पुरख अकाल मूरत अजूनी सैभम गुर आंदिन नाम ध्यामह रंगे एक आवन फिर जोन न आया नानक हर कै तरस समाया मन साचा मुख साचा सोए अवर न पेखै किस बिन कोय नानक ए लक्षण ब्रह्म ज्ञानी होए। जागत जोत सतगुरु धन धन श्री गुरु ग्रंथ साहिब पातशाह जी की पावन हजूरी जुड़ बैठे समूह गुरुओं के प्यारे सत्संगी जनों, कलगीधर पातशाह सरबंस दानी अमृत के दाते धन गुरु गोबिंद सिंह साहब महाराज जी की बख्शिश की हुई गुरफतेह सांझी करिए जी। वाहिगुरू जी का खालसा वाहिगुरू जी की फतेह। अज का इस सुभागा दिन अपने लोक परलोक के सुखदाते धन श्री गुरु ग्रंथ साहिब जी की पावन हजूरी विच मिल बैठ के जो असी सत्संगियों के रूप दे विच मना रहे हैं, सतगुरु जी के दर तो वरसाई हुई गुरमुख रूह जिन्होंने असी अकाली कौर सिंह निहंग दे रूप विच मान सत्कार नाल याद करते हैं। ये उन्होंने पवित्र गुरमुखताई वाली याद में समर्पित है। संसारिक तौर पर शरीरक तौर पर लगभग 67 वरियां का उन्हां दा जीवन सफर है। गुरमुख परिवार दे विच उन्होंने वाहिगुरू जी ने मेहर करके ये शरीर पजामा दिता। इत्थों ही मैं कुछ गल्लां आप जी नाल सांझियां करनियां। उन्होंने जीवन संबंधी कुछ वचन करने तो पहला मैं इस पक्षों जरूर तुहाडे नाल संबोधित होना है, तुहाडे नाल वचन करने हैं कि गुरु प्यारे जदों भी असी गुरु के कहाउण वाले अपनी जिंदगी के रुझेवियां चों समा कट के गुरु कोल आके बैठते हैं, किसी सतगुरु की महापुरुष की किसी गुरुमुख प्यारे की याद विच तां इह गल घरों तुरन लगियां ही साडे ज़हन विच साडी सुरती बिरती विच होनी बहुत जरूरी है कि असी क्यों चले हैं। अज उत्थे जाके की करना है, की सोचना है, की सुनना पढ़ना विचारना है, ते कादे वास्ते। सिख दे तौर ते साडे लई हुक्म है गुरसिख पल के उठकर धर्मसाल की सुरत करन दा। असी गुरु के दरबार वल अपने दिमाग में अपनी सोच में लैके शरीरक तौर पर इत्थे रोज चल के आना होंदा। ये साडे लई हुक्म है, नेम है, साडे लई मर्यादा है। इहदे विच ही साडा लोक सुखिया ते परलोक सुहेला दा भेद लुकिया हुआ है। ये विचों ये नतीजे निकलने ने बख्शिश भरपूर कि असी दुनिया की भीड़ विचों, दुनिया के रुझेवियां विचों, दुनिया के कम्मां काजां विचों गुरु कोल चल के आना। इहदे लई असी दुनिया विच आके
दुनिया वर्गे बन के ना जीए, बल्कि दुनिया विच आके दीनदार हो के जिहदे हुक्म विच आए हैं ਉਹਦੇ ਹੁਕਮ ਨੂੰ ਪਛਾਣਦਿਆਂ ਹੋਇਆਂ ਉਸ ਦੇ ਹੁਕਮ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਜਾਚ ਸਿੱਖਦੇ ਹਾਂ, ਉਹਦੇ ਵਰਗੇ ਹੋ ਕੇ ਉਹਦਾ ਰੂਪ ਹੋ ਕੇ ਇੱਥੋਂ ਜਾਈਏ। ਇਹ ਸਾਡੇ ਜੀਵਨ ਦਾ ਮਕਸਦ ਗੁਰੂ ਸਾਹਿਬ ਨੇ ਸਾਡੇ ਲਈ ਮਿਥਿਆ, ਜਿਸ ਨੂੰ ਅਸੀਂ ਰੋਜ਼ ਪੜ੍ਹਦੇ ਹਾਂ। ਪਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਸਾਨੂੰ ਸਾਰਿਆਂ ਨੂੰ ਯਾਦ ਹੈ। ਲੇਕਿਨ ਇਹ ਕਿੰਨਾ ਸਾਡੀ ਸੁਰਤੀ ਬਿਰਤੀ ਦੇ ਵਿੱਚ ਰੋਜ਼ ਦ੍ਰਿੜ ਹੁੰਦਾ, ਆਪਣੇ ਪਰਿਵਾਰਾਂ ਵਿੱਚ ਸੰਸਾਰ ਵਿੱਚ ਵਿਚਰਦੇ ਹਾਂ। ਇਹ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦਾ ਮਕਸਦ ਕਿੰਨਾ ਕਿ ਸਾਨੂੰ ਚੇਤੇ ਰਹਿੰਦਾ ਹੈ। ਇਹ ਸਾਡੀ ਆਪੋ ਆਪਣੀ ਸੁਰਤੀ ਬਿਰਤੀ ਤੇ ਜਾਂ ਆਪੋ ਆਪਣੇ ਚਾਅ ਦੇ, ਆਪੋ ਆਪਣੇ ਮਨ ਅੰਦਰ ਗੁਰੂ ਦੇ ਪ੍ਰਤੀ ਲਗਾਓ ਦੇ ਵਿੱਚ ਜਿੰਨਾ ਕੁ ਹੈ ਉਹਦੇ ਉੱਤੇ ਇਹ ਸਾਰਾ ਕੁਛ ਮੁਨੱਸਰ ਕਰਦਾ। ਇੱਥੇ ਹੁਣ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਅਸੀਂ ਇੱਕ ਅਰਦਾਸ ਕਰਨੀ ਹੁੰਦੀ ਹੈ ਰੋਜ਼, ਉਹ ਸਾਡੀ ਮਰਿਆਦਾ, ਦੀਵਾਨ ਦੀ ਸਮਾਪਤੀ ਦੀ ਅਰਦਾਸ। ਉਸ ਅਰਦਾਸ ਵਿੱਚ ਅਸੀਂ ਆਪਣੇ ਵਾਸਤੇ ਵੀ ਕੁਛ ਮੰਗਾਂ ਮੰਗਣੀਆਂ ਹੁੰਦੀਆਂ, ਆਪਣੇ ਪਰਿਵਾਰ ਵਾਸਤੇ ਮੰਗਾਂ ਮੰਗਣੀਆਂ ਹੁੰਦੀਆਂ, ਭਾਵੇਂ ਉਹ ਦੇਹ ਰੋਗਤਾ ਹੈ, ਭਾਵੇਂ ਉਹ ਪਰਿਵਾਰ ਦੀ ਸੁੱਖ ਹੈ, ਭਾਵੇਂ ਉਹ ਕਾਰੋਬਾਰਾਂ ਦੇ, ਨੌਕਰੀਆਂ ਦੇ, ਕੰਮਾਂ ਕਾਜਾਂ ਦੇ ਵਿੱਚ ਬਰਕਤਾਂ ਦੇ ਵਾਸਤੇ ਕਈ ਕੁਛ ਵੱਖਰੀਆਂ ਵੱਖਰੀਆਂ ਧੀਆਂ ਪੁੱਤਰਾਂ ਦੀ ਔਲਾਦ ਦੀ ਮੰਗ, ਹੋਰ ਬਹੁਤ ਕੁਛ ਅਸੀਂ ਮੰਗਦੇ ਹਾਂ ਗੁਰੂ ਕੋਲ। ਲੇਕਿਨ ਉਸ ਮੰਗਾਂ ਤੋਂ ਪਹਿਲਾਂ ਅਸੀਂ ਜਿਹੜੀ ਅਰਦਾਸ ਕਰਦੇ ਹਾਂ, ਉਸ ਅਰਦਾਸ ਦੇ ਵਿੱਚ ਇੱਕ ਖਾਸ ਵਿਲੱਖਣਤਾ ਹੈ। ਉਹ ਮੰਗਾਂ ਮੰਗਣ ਤੋਂ ਪਹਿਲਾਂ ਅਸੀਂ ਕੁਝ ਨਿਸ਼ਚਿਤ ਫਿਕਰੇ ਦੁਹਰਾਉਂਦੇ ਹਾਂ। ਉਹਨਾਂ ਫਿਕਰਿਆਂ ਦੇ ਵਿੱਚ ਅਸੀਂ ਅਕਾਲ ਪੁਰਖ ਜੀ ਨੂੰ ਯਾਦ ਕਰਦਿਆਂ ਹੋਇਆਂ, ਫਿਰ ਦਸਾਂ ਗੁਰੂ ਸਾਹਿਬਾਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਗੁਰਮੁਖ ਰੂਹਾਂ ਨੂੰ ਯਾਦ ਕਰਦੇ ਹਾਂ, ਪੰਜ ਪਿਆਰਿਆਂ ਦੇ ਰੂਪ ਵਿੱਚ, ਚਾਰ ਸਾਹਿਬਜ਼ਾਦਿਆਂ ਦੇ ਰੂਪ ਵਿੱਚ, 40 ਮੁਕਤਿਆਂ ਦੇ ਰੂਪ ਵਿੱਚ, ਤੇ ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਤੇ ਫਿਰ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕੁਟਵਾਏ, ਕੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਹੁਣ ਗੁਰੂ ਪਿਆਰਿਓ, ਇਹ ਸ਼ਬਦ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਦਰ ਤੋਂ ਵਰਸਾਈਆਂ ਹੋਈਆਂ ਉਹਨਾਂ ਗੁਰਸਿੱਖ ਬ੍ਰਹਮ ਗਿਆਨੀ ਰੂਹਾਂ ਨੇ ਸਾਨੂੰ ਰੋਜ਼ ਅਰਦਾਸ ਵਿੱਚ ਦੁਹਰਾਉਣ ਲਈ ਦਿੱਤੇ, ਇਹਦੇ ਪਿੱਛੇ ਕੁਝ ਖਾਸ ਭੇਦ ਹੈ, ਕੁਝ ਖਾਸ ਰਮਜ਼ ਹੈ। ਮੰਗਾਂ ਤੇ ਅਸੀਂ ਆਪਣੇ ਵਾਸਤੇ ਮੰਗਣੀਆਂ, ਆਪਣੇ ਪਰਿਵਾਰਾਂ ਵਾਸਤੇ ਮੰਗਣੀਆਂ, ਝੋਲੀ ਅੱਡਣੀ ਗੁਰੂ ਕੋਲ। ਇਹ ਫਿਕਰੇ ਦੁਹਰਾਉਣ ਦੀ ਕੀ ਲੋੜ ਹੈ? ਅੱਜ ਜਿੰਨਾ ਚਿਰ ਤੱਕ ਸਾਡੇ ਧਿਆਨ ਵਿੱਚ ਇਹ ਰਮਜ਼ ਨਹੀਂ ਆਵੇਗੀ ਨਾ, ਇਹਨਾਂ ਦਿਨ ਮਨਾਉਣ ਦਾ ਗੁਰੂ ਪਿਆਰਿਆਂ ਨੂੰ ਲਾਹਾ ਨਹੀਂ ਹੁੰਦਾ, ਲਾਹੇਵੰਦੇ ਨਤੀਜੇ ਨਹੀਂ ਹੁੰਦੇ। ਮਨਾ ਦਾਂਗੇ, ਹੁਣੇ ਬੇਨਤੀਆਂ ਕਰ ਰਹੇ ਸੀ ਸਟੇਜ ਤੋਂ ਕਿ ਵੱਧ ਤੋਂ ਵੱਧ ਆਓ, ਹਾਜ਼ਰੀਆਂ ਭਰੋ, ਤੇ ਹੁਣ ਘਰ ਬੈਠ ਕੇ ਗੁਰੂ ਸਵਾਰੇ ਭਾਈ ਰਜਿੰਦਰ ਸਿੰਘ ਹੋਰਾਂ ਦੇ ਰਹਿਣਾ ਹੋਰਾਂ ਦੇ ਘਰ ਬੈਠ ਕੇ ਬਚਨ ਵਿਲਾਸ ਚੱਲਦੇ ਸੀ ਕਿ ਸੰਗਤ ਹੁਣ ਅੱਜ ਕੱਲ੍ਹ ਸਾਡੀ ਬਿਰਤੀ ਇਹ ਹੋ ਗਈ ਹੈ ਕਿ ਲੰਗਰ ਦੀ ਸੰਗਤ ਹੋ ਗਈ ਹੈ ਕਿ ਲੰਗਰ ਵੇਲੇ ਉਹੀ ਅੱਧਾ ਘੰਟਾ ਪਹਿਲਾਂ ਆ ਗਏ ਤੇ ਬਸ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ, ਦੁੱਖ ਸੁੱਖ ਪੁੱਛੀ ਤੇ ਲੰਗਰ ਛਕੇ ਤੇ ਮਨਾ ਲਿਆ। ਤੇ ਇੱਕ ਦੂਜੇ ਦਾ ਧੰਨਵਾਦ ਕਰਦਾ। ਰਾਗੀ ਸਿੰਘ ਆ ਗਏ, ਮੇਰੇ ਵਰਗੇ ਗੁਰੂ ਦੇ ਪਿਆਰ ਦੀ ਚਾਰ ਗੱਲਾਂ ਕਹਿਣ ਕਹਾਉਣ ਵਾਲੇ ਆ ਗਏ, ਇੱਕ ਦੂਜੇ ਦਾ ਧੰਨਵਾਦ ਕਰਕੇ ਸਭ ਆਪੋ ਆਪਣੇ ਤੁਰ ਗਏ। ਤੇ ਸੰਸਾਰ ਦਾ ਮੇਲਾ, ਸੰਸਾਰ ਦੀ ਭੀੜ ਵਿੱਚ ਅਸੀਂ ਵੀ ਗੁਆਚੇ ਹੋਏ ਸੰਸਾਰੀਆਂ ਵਾਂਗ
समा लंघाई जाने जिंदगी कि यही मकसद है। यह फिकरा जिहड़ा कि तिन्हां दी कमाई का ध्यान धर के बोलो जी वाहिगुरू, वो कमाई का ध्यान धरन दे वास्ते क्यों आखिया गया सानू? इस करके कि उन्हां दी कमाई का ध्यान धरदियां धरदियां किते ओहो जिहा चाओ पैदा हो जाए, किते ओहो जिहा लगाओ पैदा हो जाए गुरु नाल, वाहिगुरू जी नाल, जिस तरह का उन्हां दे विच सी, जिन्हां ने ये कमाइयां कीतियां ते कमाइयां करके गुरु दर ते गुरु दी बख्शिश राही वाहिगुरू जी दे दर ते परवान चढ़ गए। मनुख रूप दे विच संसार च आए, गुरु नाल जुड़े, गुरु दी मत नूं मन बचन कर्म करके पढ़िया सुनिया गाविया विचारिया ते फिर उन्होंने दृढ़ करके कमाया ते कमा के ओहो जी सुरती बिरती दे ओहो जी मनो अवस्था दे धारनी बन गए जिदा दे गुरु सी। जिहड़ा उपदेश गुरु ने सानू देण तो पहला, सिख नूं देण तो पहला, संसार नूं देण तो पहला आप कमाया, वो शब्द उन्हां गुरसिखां ने भी कमाया। इस करके उसे तरह ही शब्द रूप हो गए, ज्ञान रूप हो गए जिन्हां दे गुरु सी। इसे करके बाणी विच उन्हां गुरु सिखां बारे वचन होया, गुरु सिख, सिख गुरु है, एको गुरु उपदेश चला है। भाई लहणा जी सिख रूप दे विच आए, अपनियां मन दियां मंगां लैके आए, वो भावें संसारिक मंगां सी, भावें शरीरक मंगां सी, पर वो मंगदियां 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 एक दिन नाम की मंग करनी आ गई। ते नाम की मंग करदियां करदियां गुरु दे दर ते इदां अपने आप नूं मन वचन कर्म करके समर्पित किया, इदां गुरु दी आग्या दे आग्याकारी बने कि उन्हां दी सिੱਖੀ वाली जिंदगी गुरु नूं पा गई, गुरु नूं प्रवान हो गई। ते गुरु नानक पातशाह ने उन्हां दी सिੱਖੀ घालणा नूं प्रवान करदियां ना केवल गल नाल लाया, बल्कि उन्हां दी सिੱਖੀ घालणा नूं नमस्कार कीती। भाई लहणा नहीं रहे, वो धन श्री गुरु अंगद देव महाराज बन गए। आए सिख रूप दे विच आके मत्था टेकिया, इत्थे ही विराजमान सी धन गुरु नानक साहब पातशाह, जिथे अज धन गुरु ग्रंथ साहब पातशाह प्रकाशमान है, इत्थे ही गुरु नानक देव महाराज विराजमान से। इत्थे आके साडे वांग भाई लहणा जी ने मत्था टेकिया, पर उन्हों का मत्था टेकना केवल शरीरक मत्था टेकना नहीं सी। शरीर नूं इत्थे लियाउण तो बाद सुरती नूं झुकाउणा सिੱਖਿਆ, मन नूं झुकाउणा सिੱਖਿਆ, मत नूं झुकाउणा सिੱਖਿਆ। नतीजा यह निकलिया कि उन्हां दी मत दुनियावी मत ना रही, गुरु दी मत हो गई, गुरु रूप हो गए। गुरु उन्हां दी घालणा ते प्रसन्न होकर कहंदे, भाई लहणा हुण तेरे मेरे विच फर्क कोई नहीं, जिस मकसद वास्ते मैनू अकाल पुरख जी ने भेजिया, हुण उस मकसद की पूर्ति की जिम्मेवारी मैं तुहानूं देना। भाई साहब भाई गुरदास जी कहंदे ने, कहंदे आए सिख दे रूप विच, पर उन्हां दी सिੱਖੀ घालणा गुरु नूं पा गई। गल गुरु नानक साहब तो शुरू हुई, सतगुरु नानक दिओ आप उपाया, गुर अंगद गुर सिख बाबाणा आया। गुरु अंगद गुरसिख बन के बाबा जी के कोल गुरु नानक साहब कोल आए, पर उन्हों का सिख बन के आना बैठना सुनना इन्ना चाव भरिया सी, इन्नी सुच्ची रीझ वाला सी, इन्ने सुच्चे भरोसे वाला सी, इन्ने सुच्चे प्यार ते समर्पण वाला सी कि बाबा जी नूं गुरु नानक साहब नूं पा गया ते भाई लहणा नूं अपना रूप दे के गुरु अंगद बनाता, जीवन बदल गया। यही गल गुरु अमरदास साहब नाल वापरी, यही गल भाई जेठा जी नाल वापरी। अगों यो कौतक वरतते रहे, फर्क कित्थे पिया?
ਉਹੀ ਗੁਰੂ ਦੇ ਘਰ ਵਿੱਚ ਦਾਤੂ ਆਏ। ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਦਾਤੂ ਦਾਸੂ ਪੁੱਤਰ ਆਏ, ਪਰ ਉਹਨਾਂ ਨੂੰ ਆਪਣੇ ਪਿਤਾ ਵਾਂਗ ਗੁਰੂ ਦੇ ਕੋਲ ਆਉਣਾ ਨਹੀਂ ਆਇਆ, ਗੁਰੂ ਕੋਲ ਬੈਠਣਾ ਨਹੀਂ ਆਇਆ, ਗੁਰੂ ਦੇ ਸ਼ਬਦ ਨੂੰ ਪੜ੍ਹਨਾ ਸੁਣਨਾ ਵਿਚਾਰਨਾ ਨਹੀਂ ਆਇਆ ਜਿੱਦਾਂ ਉਹਨਾਂ ਦੇ ਪਿਤਾ ਨੂੰ ਆਇਆ ਸੀ। ਇਸ ਕਰਕੇ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਨਹੀਂ ਆਈ, ਬਲਕਿ ਦੁਨੀਆ ਵਾਲਾ ਕਾਮ ਕ੍ਰੋਧ ਲੋਭ ਅਹੰਕਾਰ ਈਰਖਾ ਦਵੈਸ਼ ਉਸੇ ਤਰ੍ਹਾਂ ਹੀ ਉਹਨਾਂ ਦੇ ਅੰਦਰ ਰਹੀ ਜਿਵੇਂ ਦੁਨੀਆਦਾਰਾਂ ਚ ਹੁੰਦੀ। ਤੇ ਉਹਦਾ ਪ੍ਰਗਟਾਵਾ ਵੀ ਹੋਇਆ ਜਦੋਂ ਉਹਨਾਂ ਦੇ ਹੀ ਸਕੇ ਪਿਤਾ ਨੂੰ, ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਜ਼ਿੰਮੇਵਾਰੀ ਸੌਂਪੀ। ਤੇ ਫਿਰ ਅੱਗੋਂ ਜਦੋਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਅੱਗੋਂ ਆਪਣਾ ਵਾਰਿਸ ਚੁਣਨਾ ਚਾਹਿਆ ਤੇ ਬਾਬਾ ਅਮਰਦਾਸ ਜੀ ਯੋਗ ਬਣੇ। ਗੁਰਸਿੱਖ ਹੈ ਗੁਰ ਅਮਰ, ਸਤਿਗੁਰ ਪਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਹੈ ਗੁਰ ਅਮਰ। ਗੁਰੂ ਅਮਰਦਾਸ ਪਹਿਲਾਂ ਸਿੱਖ ਬਣੇ ਤੇ ਸਤਿਗੁਰੂ ਨੂੰ ਪਾ ਗਏ। ਜਦੋਂ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਠਾਇਆ ਤੇ ਉਹਨਾਂ ਗੁਰੂ ਅੰਗਦ ਦੇਵ ਮਹਾਰਾਜ ਦੇ ਹੀ ਪੁੱਤਰ ਨੇ ਭਰੇ ਦਰਬਾਰ ਵਿੱਚ ਲੱਤ ਕੱਢ ਮਾਰੀ। ਇੱਥੇ ਅਸੀਂ ਇਤਿਹਾਸ ਪੜ੍ਹਦੇ। ਮੈਂ ਬੇਨਤੀ ਇੱਥੋਂ ਸ਼ੁਰੂ ਕੀਤੀ ਸੀ ਵੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਦਾਤੂ ਕੋਲੋਂ ਕਮਾਈ ਨਹੀਂ ਹੋਈ, ਜਿਹੜੀ ਕਮਾਈ ਸਿੱਖ ਬਣ ਕੇ ਬਾਬਾ ਅਮਰਦਾਸ ਜੀ ਨੇ ਕਰ ਲਈ ਉਹ ਗੁਰੂ ਅੰਗਦ ਦੇਵ ਸਾਹਿਬ ਦੇ ਸਪੁੱਤਰ ਨੂੰ ਨਹੀਂ ਕਰਨੀ ਆਈ। ਇਸ ਕਰਕੇ ਉਹ ਵਾਂਝੇ ਰਹਿ ਗਏ। ਅੱਜ ਅਸੀਂ ਜਦੋਂ ਇੱਥੇ ਬੈਠੇ ਆ, ਜੇ ਉਹਨਾਂ ਦੇ ਜੀਵਨ ਦਾ, ਉਹਨਾਂ ਦੇ ਕੌਤਕਾਂ ਦਾ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਉਹਨਾਂ ਵਰਗੀ ਕਮਾਈ ਦਾ ਸਾਡੇ ਅੰਦਰ ਚਾਅ ਨਹੀਂ ਪੈਦਾ ਹੁੰਦਾ, ਸਾਡੇ ਅੰਦਰ ਉਹੋ ਜਿਹਾ ਲਗਾਓ ਨਹੀਂ ਪੈਦਾ ਹੁੰਦਾ, ਸਾਡੇ ਅੰਦਰ ਉਹਨਾਂ ਵਾਂਗ ਗੁਰੂ ਨੂੰ ਰਿਝਾਉਣ ਦੀ, ਗੁਰੂ ਨੂੰ ਪ੍ਰਸੰਨ ਕਰਨ ਦੀ ਭੁੱਖ ਪੈਦਾ ਨਹੀਂ ਹੁੰਦੀ, ਅਸੀਂ ਵੀ ਵਾਂਝੇ ਰਹਿ ਜਾਂਦੇ। ਦਿਨ ਜਿੰਨੇ ਮਰਜ਼ੀ ਮਨਾ ਲਈਏ, ਲੰਗਰ ਜਿੰਨੇ ਮਰਜ਼ੀ ਵਧੀਆ ਤਿਆਰ ਕਰ ਲਈਏ, ਜਿੰਨਾ ਮਰਜ਼ੀ ਅਸੀਂ ਹੋਰ ਦੁਨੀਆਦਾਰਾਂ ਵਾਲਾ, ਸ਼ਾਮਿਆਨਾ ਵਾਲਾ, ਡੈਕੋਰੇਸ਼ਨਾਂ ਵਾਲਾ ਜਿੰਨਾ ਮਰਜ਼ੀ ਅਸੀਂ ਉਦੋਂ ਉਪਰਾਲਾ ਕਰ ਲਈਏ, ਨਤੀਜੇ ਬਖਸ਼ਿਸ਼ ਭਰਪੂਰ ਨਹੀਂ ਜੇ ਨਿਕਲਣੇ। ਗੁਰੂ ਪਿਆਰਿਓ, ਜ਼ਿੰਦਗੀ ਉਸੇ ਤਰ੍ਹਾਂ ਹੀ ਸਾਡੀ ਵੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚ, ਈਰਖਾ ਦਵੈਸ਼ ਵਿੱਚ, ਨਿੰਦਿਆ ਚੁਗਲੀ ਚੱਲਦੀ ਰਹੇਗੀ, ਖੜੋਤ ਨਹੀਂ ਟੁੱਟਣੀ, ਬਖਸ਼ਿਸ਼ ਦਾ ਦਰ ਨਹੀਂ ਖੁੱਲਣਾ। ਇਸ ਕਰਕੇ ਸਾਨੂੰ ਉਹਨਾਂ ਗੁਰਸਿੱਖਾਂ ਨੇ ਅਰਦਾਸ ਵਿੱਚ ਆਪਣੀਆਂ ਮੰਗਾਂ ਮੰਗਣ ਤੋਂ ਪਹਿਲਾਂ ਇਹ ਫਿਕਰੇ ਦੁਹਰਾਉਣ ਵਾਸਤੇ ਆਖਿਆ, ਮਤਾਂ ਕਿਸੇ ਦਿਨ ਅਰਦਾਸ ਕਰਦਿਆਂ ਉਹਨਾਂ ਦੀ ਕਮਾਈ ਦਾ ਸੱਚੀ ਮੁੱਚੀ ਧਿਆਨ ਧਰਨ ਦੀ ਜਾਂਚ ਆ ਜਾਏ, ਕੇਵਲ ਕਰਮ ਕਾਂਡ ਵਾਂਗ ਬੋਲੋ ਜੀ ਵਾਹਿਗੁਰੂ ਨਹੀਂ। ਅੱਜ ਕੱਲ ਤੇ ਉਹ ਵੀ ਕਹਿਣਾ ਬੰਦ ਹੋ ਗਿਆ। ਭਾਈ ਸਾਹਿਬ ਵੀ ਵਾਹਿਗੁਰੂ ਜੀ ਕਹਿਣ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਾਡੇ ਵਿੱਚੋਂ ਤੇ ਕਿਸੇ ਵਿਰਲੇ ਦੀ ਆਵਾਜ਼ ਹੀ ਆਉਂਦੀ ਹੈ ਵਾਹਿਗੁਰੂ ਕਹਿਣ ਦੀ ਸੰਗਤ ਵਿੱਚੋਂ, ਨਹੀਂ ਤੇ ਅਸੀਂ ਵੀ ਇਸੇ ਹੀ ਕੋਈ ਕਿਸੇ ਦੀ ਲੱਤ ਇੱਧਰ ਨੂੰ, ਕਿਸੇ ਦਾ ਹੱਥ ਇੱਧਰ ਨੂੰ, ਕਿਹੜੇ ਵੇਲੇ ਭਾਈ ਜੀ ਤੇਰੇ ਪਾਣੀ ਸਰਬੱਤ ਦਾ ਭਲਾ ਕਹਿਣ ਤੇ ਗੱਲ ਮੁੱਕੇ ਬੈਠੀਏ। ਅਰਦਾਸ ਨੂੰ ਅਸੀਂ ਕਦੀ ਉਸ ਅਰਦਾਸ ਦੇ ਰੂਪ ਵਿੱਚ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦੇ। ਅਰਦਾਸ ਵੀ ਸਾਡੀ ਕਰਮ ਕਾਂਡ ਬਣ ਕੇ ਰਹਿ ਗਈ। ਪਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਾਨੂੰ ਅਰਦਾਸ ਦਿੱਤੀ, ਉਹਨਾਂ ਦੇ ਸਾਹਮਣੇ ਇਹ ਸਾਡੀ ਮਨੋ ਅਵਸਥਾ ਸੀ ਦੁਨੀਆਦਾਰਾਂ ਦੀ ਕਿ ਇਹ ਦੁਨੀਆ ਦੀ ਭੀੜ ਵਿੱਚ ਗਵਾਚ ਕੇ, ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਗਵਾਚ ਕੇ, ਦੁਨੀਆ ਦੇ ਝਮੇਲਿਆਂ ਕੰਮਾਂ ਕਾਜਾਂ ਵਿੱਚ ਗਵਾਚ ਕੇ, ਦੁਨੀਆ ਵਾਂਗ ਹੀ ਜਿਉਣ ਦੇ ਆਦੀ ਹੋਏ ਹੋਏ। ਇਹਨਾਂ ਨੂੰ ਦੁਨੀਆ ਦੀ ਭੀੜ ਚੋਂ ਕੱਢ ਕੇ ਗੁਰਸਿੱਖਾਂ ਦੀ ਸੰਗਤ ਵਿੱਚ ਲਿਆ ਕੇ ਗੁਰਸਿੱਖਾਂ ਵਰਗੀ ਜ਼ਿੰਦਗੀ ਜਿਉਣ ਦੀ ਪਿਆਸ ਕਿਵੇਂ ਪੈਦਾ ਕਰਨੀ ਹੈ, ਇਹਨਾਂ ਦੇ ਅੰਦਰੋਂ ਚੇਤਨਾ ਕਿਵੇਂ ਪੈਦਾ ਕਰਨੀ ਹੈ, ਇਹਦੀ ਵੀ ਤਿਆਰੀ ਕਰਾਉਣੀ ਹੈ ਇਹਨਾਂ ਦੀ। ਇਸ ਕਰਕੇ ਬਾਣੀ ਪੜਾਉਣੀ ਹੈ, ਇੱਥੇ ਕੀਰਤਨ ਕਰਾਉਣਾ ਹੈ, ਪਾਠ ਕਰਨਾ, ਸੁਣਨਾ, ਵਿਚਾਰ ਕਰਨੀ,
पर नाल ही चाओ पैदा करके झोलियां अड्डनियां। क्योंकि जे अंदर सच्ची जी प्यास नहीं है, जे अंदर लगाव नहीं है, अंदर तड़प नहीं है। उन्हें भाई साहब कह रहे थे इत्थे कीर्तनी है रोज साडे ली उपदेश के भज मन मेरे एको ना। रोज अपने मन नाल गल्लां करनियां। मन नाल कदों गल्लां करते हैं असीं? मन ते साडा ये मन उडन पखेरू बनकर ये मन ते साडा भटकदा फिरदा ते इत्थे बैठ के भी असीं नहीं हटदे। कल भी राती गल्लां चल रही सी, रैणा मोरी कह रहे थे भाई राजेंद्र सिंह होरी कि मायूसी जाहिर कर रहे थे कि कोई भला काम शुरू करो सही। झट प्रधानगियां सकत्तरियां दी चौधरां दी भुख जाग जाती है, एक दूजे नाल असीं चंगे तो चंगा काम करन लगे भी एक दूजे नाल टकराव च आ जाते हैं। ये दुनियादारी दी बिरती है, ये दातू दी बिरती है, ये पृथ्वी चंद दी बिरती है, ये गुरु अर्जन पातशाह वाली बिरती नहीं है। गुरु प्यारिओ ते जिन्हां दी अज याद मना रहे हैं ना, ये उन्हां ब्रह्म ज्ञानियां विचों एक ने। उन्हां दीयां कमाइयां ही उन्हां नूं इस योग बना गईयां कि अज उन्हां दी याद विच असीं इस सतसंगी जोड़ मेले करते हैं। मत ख्याल करियो कि बरादरियां दे तक करके, क्योंकि वो इस कश्मीरी बरादरी दे विचों सीगे जां इस भाईचारे दे नाल जुड़े हुए सी, तां करके दिन मनाउणा। जे इदां मनाओगे तो फिर ये दिन गुरु नूं नहीं पाएगा। याद रखना, जेडे ब्रह्म ज्ञानी हुंदे ने, जेडे संत भगत हुंदे ने, जेडे शहीद हुंदे ने, जेडे इस तरह के कौमी परवाने हुंदे ने, वो किसी एक भाईचारे, एक बरादरी के, एक जात के नाल संबंधित नहीं होंगे। ते ना ही उन्हां दी कमाई जिहड़ी है वो किसी एक भाईचारे वास्ते हुंदी है, जां एक जात जां एक बरादरी वास्ते, जां एक कौम के जियां वास्ते हुंदी है। वो तो सांझी सले जहाना वाले वास्ते, क्योंकि उन्होंने उपदेश उदृढ़ करवाया जिहड़ा सरबत दे भले वास्ते हुंदा। और इसे करके असीं इत्थे अरदास भी यही करते हैं। अपनियां मंगां मंगण तो पहला साडी अरदास शुरू कित्थों हुंदी है? प्रथमे सरबत खालसा जी की अरदास है। उहदे विच कोई भाईचारा, कोई जात बरादरी, कोई धड़ा, कोई इलाका नहीं। जहां जहां खालसा जी साहिब, मैनूं नहीं पता कित्थे है, कित्थे रह रहा है मेरा सिख भरा, पर पातशाह मेरी तुहाडे अगे अरदास है कि जिथे जिथे भी मेरा सिख भरा रह रहा है, मैनूं नहीं पता कित्थे रह रहा, पर जिहड़ा तुहाडे नाल प्यार करदा है, तुहाडे गुरु उपदेश दे राही वाहिगुरू जी दी बंदगी विच जुड़िया, महाराज उहदा भला करियो, उहदी रखिया रियायत करियो। महाराज उन्होंने स्वास स्वास नाम चित आवे। अपने तो भी पहला अपने सिख भरा दा भला मंगना, उहदी सुख मंगना, उहदी रखिया मंगनी, उहदी रियायत मंगनी। फिर अपने तो पहला सिखां नूं सिखी दान, ये सारा कुछ मंग के फिर अपनी गल वाहिगुरू जी को रखनी। पातशाह मेरी यह इच्छा है, मेरे परिवार की आ मंग है। अपने सिख भरा दे पहला मंगना, ते अखीर ते फिर गल सिखां तक नहीं मुकाउणी। नानक नाम चढ़दी कला तेरे भाणे सरबत दा भला। किसी भी धार्मिक विश्वास नाल जुड़िया है, पर बादशाह वाहिगुरू जी तुहाडे नाल ते जुड़िया ना, वो खुदा कह के जुड़िया कि राम राम कह के जुड़िया कि किसी होर रूप दे विच तुहानूं याद करदा है। मैं सदके धन गुरु नानक साहब ने सानूं सिखाया, सिर नानक लोकां पाव है, बलिहारे जाओ जेते तेरे नाम है। बादशाह मैं सदके जाना तेरे उन्हां सारे नामां तो जिन्हां नामां नाल ही तुहानूं कोई याद करदा है, ते जिहड़ा तुहानूं इस तरह याद करदा मेरे लए हुए तुहाडे नाम दे राही ना सही, किसी भी नाम नाल तुहानूं याद करदा है। मेरा सिर उन्हां लोकां दे चरणां ते, सिर नानक दा सिर लोकां पाव है, उन्हां दे पैर, उन्हां दे चरण, ते मेरा सिर उन्हां दे दर ते झुकदा, उन्हां
गुरुमुखां दे पैरां ते झुकदा, जिहड़े तुहानूं याद करदे। पातशाह सब दा भला जित द्वारा उभरै ते तै लै हो उबार। ते अज जिन्हां याद कर रहे हैं ना, उन्हां दी जिंदगी कुछ इस तरह की है। उन्हां दे सामने समुचा खालसा पंथ है। गुरु के सिंह सिंघड़ियां ने, बच्चे ने, बजुर्ग ने, बच्चियां ने। उन्हां दा जीवन पद्धर उच्चा किवें चुकना है। अत्यंत दुश्वारियों वाला समा सी उन्हां दा। अत जुल्मां भरी दास्तान है उन्हां समयां दी। और उन्हां दा एक एक दिन जिहड़ा है वो संघर्षपूर्ण है। तुहानूं सारिआं नूं ही पता, अकाली कौर सिंह निहंग होरां ने भावें जबरदस्ती उन्हां दा आनंद कारज कर दिता सीगा माता पिता ने, पर गृहस्थ जीवन नूं पहले दिन ही फतेह बुला के वो तुर गए सी घरों। आनंद कारज वाले दिन ही तुर चुप चुपीते। पहला भी आनंद कारज तो पहला भी 2 बारी घरों चले गए बगैर दसे भी ये गृहस्थ वालियां जिम्मेवारियां, ਇਹਦੇ ਨਾਲੋਂ ਵੱਡੀਆਂ ਜ਼ਿੰਮੇਵਾਰੀਆਂ मेरे सिर ते मेरे वाहिगुरू जी ने पाइयां। मेरे को निभा नहीं होणियां गृहस्थ दीयां जिम्मेवारियां, क्योंकि वो ਵੱਡੀਆਂ ਜ਼ਿੰਮੇਵਾਰੀਆਂ ਉਹਦੇ ਲਈ मैनू अपना सारा जीवन समर्पित करना पैना है। तो फिर गृहस्थ दीयां जिम्मेवारियां विच जे मैं पूरी तरह ना उतर सकिया पूरा, तो फिर मेरी जिहड़ी गृहस्थी है वो भी सिख के तौर पर मेरी गुरु के बचन वाली पिठ हो जानी है। गुरु का हुक्म नहीं मेरे को पालिया जाना। ये गृहस्थ प्रधान है। ये जिहड़े माए बाप पूत सब हर के किए, सबना को संबंध हर कर दिए। मेरे को वो संबंध जिहड़े ने वो गुरसिख वांग पूरे निभाए नहीं जाने। इस करके पहले खिमा मंग लियो। पिता ने बहुत आख्या तुसीं मैनूं मुक्त करो गृहस्थ दीयां जिम्मेवारियां तो, क्योंकि मैं लुकाई दीयां जिम्मेवारियां वो निभाउण वाला अपने अंदर संकल्प रखदा। मेरी तड़प उधर है, मेरी सोच उधर है, तो मैनू उधर फिर भी पिता ने जबरदस्ती रिहा किया। फिर फतेह बुला के तो 12 सुनिया भेजा। छोटे भरा नाल आनंद कारज करते हुए बीबा जी का तो मैनू मुक्त कर दे। आखिर करदियां नूं प्रवान करना पिया बचा। ये सारा जीवन तुसीं बार बार पढ़िया सुनिया, तुहानूं पता बहुत है। साडे नौजवान बच्चे बच्चियां नूं तो शायद ना पता हो। ये कौमी ही है, ये कौम दीयां सांझियां रूहां, मनुखता दे भले वास्ते भेजियां रूहां, जिहदे बारे सहती बाणी च वचन करदे। जन्म मरण गहूं मैं नाही जानन, परोपकारी आए। उते आए पर ते उते उपकार करने। साडा ते उन्हां दे जीवन का फर्क ये है। साडा जीवन शुरू भी मोह दीयां तंदां तो शुरू होंदा ते जीवन का अंत भी मोह दीयां तंदां ते ही जाके पूरा होंदा। मैं मेरे दे जंजाल दे विच जीवन शुरू करके पहले प्यार लगा थान दुध, दूजा माए बाप की सुध, तीजा भैया भाभी बेग, चौथा प्यार पनी खेड़। बस इतों चले वो करते उन्हां ही 4 दीवारियां दे विच परिवार दीयां मोह दीयां तंदां विच ते उन्हां मोह दीयां तंदां च फस के फिर जिहड़े काम काज भी साडे जिहड़े किरत कमाइयां भी जिहड़ियां साडीआं वो भी उस मोह दीयां तंदां विच भी फसे होए। पातशाह बाणी विच जिक्र करते हैं करते परिवार दे जी मंग करते है करते मुख
कमा के लियावे, कमा के लियावे साडे सुख दे लिए, साडियां खुशियां दे लिए। ते बंदा उन्हां दियां खुशियां ते मोह दे विच फसिया, बस उन्हां जो कोई रहे। नानक पाप करे तिन कारण जासी जम बर्बाद। जान लग्या भी साडे अंदर सवाए मेरा घर, मेरा परिवार, मेरे पुत्र धियां, मेरी पत्नी, मेरा पति, मेरे रिश्तेदार, मेरा भाईचारा, बस इत्थे तक। पर ये जड़ियां रूहां जिन्हां दी कमाई का ध्यान करके बोलो जी वाहिगुरू, इन्हां ने जिंदगी भावें मैं तो शुरू की होवे, मेरा तो शुरू की होवे, पर जिंदगी जदों संपूर्ण होंदी है, तू तू तेरा तेरा, तू तेरा ते जाके संपूर्ण होती है। शरीरां तो ऊपर उठ के सुरतियां दे पद्धर ते तू 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 ही तेरा 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 तेरा, मैं ना ही प्रभ सब कुछ तेरा, सब कुछ तेरा। इत्थे लिया के खड़े करते ते महाराज कहते परोपकारी हो ही हो सकता है जिन्हों तू ही तेरा तेरा करन दी, ना केवल शब्दी तौर पर करन दी, बल्कि सुरती दे पद्धर ते तू ही तेरा तेरा करन दी जाच आ जाए। यही लोग ने फिर जेड़े शरीरां दे मोह तो भी उठ करते हैं, शरीरां दी खिच तो भी ऊपर उठ खड़ते हैं। उन्होंने फिर शरीरक कष्ट भी जेड़े ने वो कष्ट नहीं रह जाते, जिवें साडे वास्ते शरीरक कष्ट जेड़े ने चिंता दा, दुख दा, फिक्र दा कारण बनते हैं, उन्हां वास्ते नहीं बनते। मां नालों ज्यादा ते कोई प्यार अपने बच्चे नाल नहीं कर सकता। अपने पुत्र धियां नाल थोड़ा जिहा भी कष्ट मां कोलों बर्दाश्त नहीं हुंदा। ये उदां दी गल हुंदी जिवें वाहिगुरू जी अपने दासां दा दुख नहीं देख सकते, प्रभ दास का दुख ना खा सकें। वाहिगुरू जी अपने दासां सेवकां दा दुख नहीं बर्दाश्त कर सकते, ते मां उही रब रूप हुंदी है, वो अपनियां दा दुख, अपनियां दी तकलीफ बर्दाश्त नहीं कर सकती, तड़फ जाती है। पर वो किदां दियां मावां जिन्हां ने अपने सामने अपने बच्चों के टोटे करवा के गलां च हार पवाए, अपने अखां दे सामने नेज़ियां ते टंगवाए, ते फिर वाहिगुरू जी तेरा शुक्र है, फिर उन्होंने जपजी नहीं भुलिया, फिर उन्होंने रहरस नहीं भुली, फिर वाहिगुरू जी का शब्द नहीं भुलिया, भावें वो संसारिक तौर पर अनपढ़, स्कूलों च जाके कोई विद्या ग्रहण नहीं की, पर उन्होंने सुन सुन के इन्नी बाणी याद कि उन्होंने रसना से, उन्होंने सुरती, उन्होंने मत विच शब्द ते उस शब्द की शक्ति, उस शब्द का आत्मक बल जिन्हें उन्होंने शरीरां दियां मोह दियां तंदां तो ऊपर उठा के अपने सामने सब कुछ पाने वरतते देख के भी शुक्र करना सिखा। अज तिन्हां दी कमाई का ध्यान करके बोलो जी वाहिगुरू, जो उन्हां दी कमाई वास्ते इत्थे ध्यान करने वास्ते बैठे हैं, क्यों लोड़ पै रही है कहण दी कि साध संगत जी छेती आओ, दीवान विच आओ, अंदर क्यों नहीं है चाहो साडे, क्यों नहीं सानू लगदा कि असीं करजा ही आ उन्हां गुरमुखां दे। अज जे कोई मान ताण वाला ते इह स्वरूप धारण करके असीं जीवन जीव रहे हां, ते उन्हां दी कमाई दा सदका, जे उन्हां दीयां कमाईयां ना होंदियां, अज जिस तरीके नाल साडे बच्चे बच्चियां दुनिया दे रंग तमाशे विच, दुनिया दे फैशन विच, दुनिया दे नशियां विच, सिख परिवारां दे बच्चे भी जेड़े ने वो गुआच रहे ने साडे घर। इसे करके गुआच रहे ने कि साडे घरां विचों वो कमाई दा ध्यान करन दी गल मुक गई। असीं अपने बच्चों नाल मिल बैठ के उन्हां ब्रह्म ज्ञानियां दी, गुरसिखां दी बात पाउणी भुल गए। अज घर घर विच
अकाली चूल्हा अकाली कौर सिंह जी का दिन चेते किया। कोई घर बैठे आ, कोई दुकान ते बैठे आ, कोई मित्रां प्यारिਆਂ नाल बैठे आ, उत्थे बात पैंदी है। साडे अकाल तख्त तो लैके श्रोमणी कमेटी तो लैके सारे दुनिया दी सिख कमेटियां अज हुकूमत दे हक उस खून खराबे विचों लंघदियां और रूह तड़पी सी। शरीर के उत्ते तकलीफां झल के, मान अपमान झल के, दुनिया दे मेहने कमेहने झल के, दिने रात बच्चे बच्चियां वास्ते कौम वास्ते काम किया। बादशाह दा बाणी विच वचन है, ब्रह्म ज्ञानी दे लक्षण की ने? मन साचा मुख साचा सोए, अवर ना पेखै एक बिन कोई। ना दुनिया दे हाकमां दी परवाह, ना दुनिया दे लोभ लालच दी, ना दुनिया दे किसी किस्म दे डर दी परवाह। रंग हसैं रंग रोवैं, चुप भी कर जाहें, परवाह ना ही किसै तेरी बाज सचे ना। ते नाल ही लक्षण ये दस्या, ब्रह्म ज्ञानी कै गरीबी समाहा, ब्रह्म ज्ञानी पर उपकार उमाहा। ब्रह्म ज्ञानी का लक्षण यह है कि उहदे दे अंदर उमा चाओ हमेशा बनया, लगातार बनया, परोपकार वास्ते। परोपकार प्यार नाल सतनाम वाहिगुरू। परोपकार उमाहा है, पर कादे वास्ते? किसी प्रधानगी सकत्तरी वास्ते, किसी दुनिया के सरोपियां वास्ते, मान तान की भुख वास्ते। ब्रह्म ज्ञानी कह गरीबी समाह, अंदर निमरता भाव है, अपना आप छुपा के रखने की भाव। अकाली कौर सिंह होरां दे जीवन दे उन्हां दी जीवन यात्रा का पन्ना है। इसे गुरमुख प्यारियां ने अकाली जी के जीवन को देखते हुए उन्हां दी चढ़ती कला वाली परोपकारी बिरती महान गुरसिख के तौर पर वचदियां समय के प्रबंधकों को सिफारिश की कि अकाली जी को अकाल तख्त का जथेदार बनाता जाए। पता लग्या अकाली जी उस वेले लिख के भेज, मैं अपने जीवन में गुरसिखां नाल प्रण किया होया, किसी अहुदे ना भुख रखनी, ना किसी अहुदे की दौड़ में पैना, सिर्फ ते सिर्फ निमाणे निताने बन। जगह देगी सेवा करना। और याद रखो गुरु प्यारे, परोपकार जिन्ना चिर तक उहदे विच आ गरीबी समाहा दा गुण नहीं आता। जे कोई चंगा काम करके फिर दुनिया की वाह की भुख है अंदर, जे अहुदियां की भुख है फिर वो परोपकार नहीं, फिर तो सौदेबाजी है। इधरों कुछ किया, उधरों कुछ प्राप्ति की इच्छा हो गई, ये तो फिर लैन देन हो गया ना, सौदा हो गया, फिर परोपकार नहीं है। ब्रह्म ज्ञानी क्या गरीबी समाह अंदर निम्रता समाई हुई है। वो निमाणेपन का, निम्रता का रूप ने, मुजस्मा ने, किसी चीज की भुख नहीं ना करता। पर एक पासे निम्रता है ते दूजे पासे स्वैमान भी है। तो स्वैमान जिस तरह है, गुरु तो ऊपर मेरे लिए कोई नहीं, कोई
ਸਾਧੂ ਭੇਖ ਵਿੱਚ ਹੋਵੇ ਭਾਵੇਂ ਕੋਈ ਕਿਸੇ ਹੋਰ ਭੇਖ ਵਿੱਚ ਹੋਵੇ, ਵਿਅਕਤੀ ਅੱਗੇ ਨਹੀਂ ਝੁਕਣਾ। ਝੁਕਣਾ ਹੈ ਤੇ ਗੁਰੂ ਅੱਗੇ ਝੁਕਣਾ ਹੈ। ਗੁਰਸਿੱਖਾਂ ਦਾ ਮਾਨ ਸਨਮਾਨ ਹੈ, ਪਰ ਜਿੱਥੇ ਕਿਤੇ ਗੁਰੂ ਸਿਧਾਂਤ ਤੇ ਗੁਰੂ ਮਰਿਆਦਾ ਤੇ ਥੋੜਾ ਜਿਹਾ ਵੀ ਕਿਤੇ ਆਂਚ ਆਉਂਦੀ ਹੋਵੇ, ਸਮਝੌਤਾ ਨਹੀਂ ਕਰਨਾ। ਇੱਕ ਬਹੁਤ ਪਿਆਰਾ ਉਹਨਾਂ ਦੇ ਜੀਵਨ ਦਾ ਵਾਕਿਆ ਹੁੰਦਾ। ਗੁਰੂ ਸਾਹਿਬ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੂੰ ਮਿਲਣ ਚਲੇ। ਅੰਮ੍ਰਿਤਸਰ ਉਹਨਾਂ ਦੀ ਵੱਡੀ ਹਵੇਲੀ। ਹਾਲਾਂਕਿ ਭਾਈ ਵੀਰ ਸਿੰਘ ਹੋਰੀ ਆਪ ਬਹੁਤ ਪ੍ਰਮੁੱਖ ਜੀਵਨ ਵਾਲੇ, ਪਰ ਗੁਰੂ ਨੇ ਕੌਤਕ ਵਰਤਾਉਣੇ ਹੁੰਦੇ ਹੈ। ਆਪਣੇ ਗੁਰਸਿੱਖਾਂ ਦੇ ਅੰਦਰ ਦੀ ਉਸ ਸੁੱਚੀ ਜਿਹੀ ਗੁਰਮੁਖਤਾਈ ਵਾਲੀ ਬ੍ਰਹਮ ਗਿਆਨੀ ਵਾਲੀ ਬਿਰਤੀ ਦਾ ਪ੍ਰਗਟਾਓ ਕਰਨਾ ਹੁੰਦਾ ਹੈ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੂੰ ਤੈਨੂੰ ਕਿਹਾ ਮੇਰਾ ਮਾਣ, ਤੇਰੇ ਨਾਲ ਮੇਰਾ ਮਾਣ ਹੈ। ਤੇ ਜਿੱਥੇ ਤੇਰਾ ਮਾਣ ਹੈ ਉੱਥੇ ਫਿਰ ਦੁਨੀਆ ਦੇ ਸਾਹਮਣੇ ਝੁਕਣਾ। ਉੱਥੇ ਜਾ ਕੇ ਮਿਲਣ ਵਾਸਤੇ ਗਏ ਤੇ ਸੁਨੇਹਾ ਭੇਜਿਆ ਦਰਬਾਰ ਨਾਲ ਤੇ ਬਾਹਰ ਹੋਣਾ ਸੱਜਣ ਕੋਈ ਜਿਹੜਾ ਬਾਹਰ ਬੈਠਾ ਹੋਣਾ। ਪੁੱਛਿਆ ਕੌਣ? ਕਹਿੰਦੇ ਭਾਈ ਸਾਹਿਬ ਨੂੰ ਕਹੋ ਗੁਰੂ ਕਾ ਸਿੰਘ ਮਿਲਣ ਵਾਸਤੇ ਆਇਆ। ਗੁਰੂ ਕਾ ਸਿੰਘ ਮਿਲਣ ਵਾਸਤੇ ਆਇਆ। ਉਹਨੇ ਜਾ ਕੇ ਦੱਸਦਾ, ਲਿਖਿਆ ਇਸ ਤਰੀਕੇ ਨਾਲ ਕਿ ਅੰਦਰੋਂ ਟਾਲ ਮਟੋਲ। ਫਿਰ ਸੁਨੇਹਾ ਭੇਜਿਆ ਗੁਰੂ ਕਾ ਸਿੰਘ ਮਿਲਣ ਵਾਸਤੇ ਆਇਆ। ਇੱਕ ਸਿੰਘ ਮਿਲਣ ਵਾਸਤੇ, ਮਿਲਣ ਦਾ ਮੌਕਾ ਨਾ ਮਿਲਿਆ ਤੇ ਚੱਲ ਗਿਆ। ਖੇਡ ਕਿਵੇਂ ਵਾਪਰਦੀ ਹੈ? ਅਜੇ ਤੁਰ ਕੇ ਥੋੜੀ ਦੂਰੀ ਗਏ ਤੇ ਭਾਈ ਸਾਹਿਬ ਵੀਰ ਸਿੰਘ ਹੋਰੀ ਬਾਹਰ ਆਏ ਤੇ ਪੁੱਛਿਆ ਉਹਦੇ ਕੋਲ ਸੱਜਣਾ ਕੌਣ ਸੀ? ਕਹਿੰਦੇ ਵੀ ਇਹਨੇ ਕਿਹਾ ਕਿ ਗੁਰੂ ਕਾ ਸਿੰਘ। ਕਹਿੰਦੇ ਕਿਸ ਤਰ੍ਹਾਂ ਦਾ ਸੀ? ਫਿਰ ਵੀ ਇਸ ਤਰ੍ਹਾਂ ਕਦੀ ਕੋਈ ਆਖਦਾ ਨਹੀਂ ਹੁੰਦਾ। ਆਪਣੀ ਜਾਣ ਪਛਾਣ, ਆਪਣਾ ਨਾਮ ਕਿਸ ਤਰ੍ਹਾਂ ਦਾ ਸੀ, ਚਿਹਰਾ ਮੋਹਰਾ ਕਿਸ ਤਰ੍ਹਾਂ ਦੀ, ਪਹਿਰਾਵਾ ਕਿਸ ਤਰ੍ਹਾਂ ਦਾ। ਹੁਣ ਅਕਾਲੀ ਜੀ ਦਾ ਪਹਿਰਾਵਾ ਤੇ ਆਪਣਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਨਿਹੰਗਾਂ ਵਾਲਾ ਪਾਣਾ ਤੇ ਉਹ ਕਾਲੇ ਪਤਲੂਨ ਤੇ ਉਹ ਪਜਾਮਾ ਪਾ ਕੇ ਤੇ ਦਗ ਦਗ ਕਰਦਾ ਚਿਹਰਾ, ਨੂਰਾਨੀ ਚਿਹਰਾ। ਉਹ ਨਾਮ ਦਾ ਨੂਰ ਤੇ ਹੁੰਦਾ ਹੀ ਹੈ, ਬਾਣੀ ਦਾ ਔਰਾ ਤੇ ਇੱਕ ਹੁੰਦਾ ਹੀ ਹੈ। ਤੇ ਫਿਰ ਪਰਉਪਕਾਰ ਦਾ ਵੀ ਇੱਕ ਆਪਣਾ ਖੇੜਾ ਹੁੰਦਾ ਹੈ, ਮਸਤੀ ਹੁੰਦੀ ਹੈ। ਤੇ ਉਹ ਬਿਰਲਿਆਂ ਦੇ ਹਿੱਸੇ ਆਉਂਦੀ ਹੈ ਗੱਲ। ਭਾਈ ਸਾਹਿਬ ਨੂੰ ਜਦੋਂ ਦੱਸਿਆ ਵੀ ਏਦਾਂ ਦਾ ਚਿਹਰਾ ਮੁੰਡੇ, ਭਾਈ ਵੀਰ ਸਿੰਘ ਉਹਨਾਂ ਨੂੰ ਇੱਕਦਮ ਗੱਲ ਖੁੜਕ ਗਈ ਕਿ ਇਹ ਤੇ ਅਕਾਲੀ ਕੌਰ ਸਿੰਘ ਹੋਰਾਂ ਦੀ ਹੀ ਗੱਲ ਕਰੇ। ਕਹਿੰਦੇ ਉਹਨੂੰ ਦੇਖੋ ਕਿੱਥੇ। ਤੇ ਅਜੇ ਬਹੁਤੀ ਦੂਰ ਨਹੀਂ ਸੀ ਗਏ ਜਦੋਂ ਉਹਨੇ ਜਾ ਕੇ ਸੱਜਣ ਨੇ ਕਿਹਾ ਕਿ ਤੁਹਾਨੂੰ ਭਾਈ ਸਾਹਿਬ ਬੁਲਾਉਂਦੇ। ਕਹਿੰਦੇ ਨਹੀਂ। ਉਹਨੂੰ ਕਹਿ ਦਿਓ ਜਾ ਕੇ ਸਿੰਘ ਮਿਲਣ ਆਇਆ ਸੀਗਾ ਗੁਰੂ ਕਾ, ਉਹ ਗੁਰੂ ਕੇ ਸਿੰਘ ਨੂੰ ਮਿਲਣ ਤੋਂ ਉਹਨੇ ਇਨਕਾਰ ਕੀਤਾ ਤੇ ਉਹ ਅਕਾਲੀ ਕੌਰ ਸਿੰਘ ਨਹੀਂ ਮਿਲੇਗਾ। ਉਹਨੂੰ ਗੁਰੂ ਕੇ ਸਿੰਘ ਨੂੰ ਮਿਲਣ ਤੋਂ ਸੰਕੋਚ ਕਰਤਾ ਉਹਨਾਂ ਨੇ। ਭਾਈ ਵੀਰ ਸਿੰਘ ਹੋਰਾਂ ਵਰਗੀ ਏਡੀ ਵੱਡੀ ਹਸਤੀ ਨੂੰ ਅਕਾਲੀ ਕੌਰ ਸਿੰਘ ਹੋਰਾਂ ਨੇ ਨਾ ਕਰਤਾ ਕੋਈ ਨਹੀਂ, ਅਕਾਲੀ ਕੌਰ ਸਿੰਘ ਨਹੀਂ ਮਿਲੇਗਾ ਕਿਉਂਕਿ ਗੁਰੂ ਕੇ ਸਿੰਘ ਦੇ ਨਾਮ ਤੇ ਮੈਂ ਮਿਲਣ ਵਾਸਤੇ ਆਇਆ ਸੀ। ਕੌਰ ਸਿੰਘ ਕੀ ਹੈ? ਕੌਰ ਸਿੰਘ ਕੁਛ ਨਹੀਂ ਹੈ। ਜੋ ਕੁਛ ਹੈ ਉਹ ਗੁਰੂ ਕਰਕੇ ਹੈ। ਅੱਜ ਜੋ ਕੁਛ ਵੀ ਹਾਂ ਮੈਂ ਉਹਦੇ ਆਪਣੇ ਗੁਰੂ ਕਰਕੇ ਹਾਂ। ਮੇਰਾ ਕੋਈ ਨਾਮ ਨਹੀਂ। ਤੇ ਜੇ ਮੇਰਾ ਹੈ ਕੋਈ ਮਾਣ ਤੇ ਉਹ ਮੇਰੇ ਸਤਿਗੁਰੂ ਦਾ ਮਾਣ ਹੈ, ਮੇਰੇ ਵਾਹਿਗੁਰੂ ਦਾ ਮਾਣ ਹੈ। ਤੇ ਜੇ ਮੈਂ ਗੁਰੂ ਦੇ ਨਾਮ ਤੇ ਆਖਿਆ ਸੀ ਕਿ ਗੁਰੂ ਕਾ ਸਿੰਘ ਮਿਲਣ ਆਇਆ ਤੇ ਫਿਰ ਮੇਰਾ ਗੁਰੂ ਮੇਰੇ ਚੋਂ ਬੋਲਦਾ ਸੀ, ਕੌਰ ਸਿੰਘ ਨਹੀਂ ਸੀ ਬੋਲਦਾ। ਇਹ ਜਿਹੜਾ ਨਾ ਗੁਰੂ ਪਿਆਰਿਓ, ਇਹ ਰੂਪ ਜਿਹੜਾ ਨਾ, ਇਹ ਜਿਹੜੀ ਚੇਤਨਾ ਹੈ, ਇਹ ਸੁਰਤੀ ਬਿਰਤੀ ਇਹ ਹੈ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕੀਆ ਮੇਰਾ ਮਾਣ। ਤੇ ਅੱਜ ਅਸੀਂ ਗੁਰੂ ਦੇ ਮਾਣ ਵੱਲ ਪਿੱਠ ਕਰਕੇ ਜਦੋਂ ਪ੍ਰਧਾਨਗੀਆਂ ਸਕੱਤਰੀਆਂ ਪਿੱਛੇ ਲੜਦੇ ਹਾਂ, ਇੱਥੇ ਹੀ ਸਿੱਖਾਂ ਨੂੰ ਸਿੱਖੀ ਦਾਨ
ਦੀ ਮੰਗ ਕਰਦਿਆਂ ਕਰਦਿਆਂ ਫਿਰ ਸਿੱਖਾਂ ਦੇ ਨਾਲ ਹੀ ਪੱਗੋ ਪੱਗੀ ਹੁੰਦੇ ਆ। ਉਸ ਵੇਲੇ ਗੁਰੂ ਦਾ ਮਾਣ ਉਹ ਪਿੱਠ ਕਰ, ਫਿਰ ਸਾਡਾ ਮਾਣ ਕਿੱਥੋਂ ਲੱਭਣਾ ਸੀ? ਫਿਰ ਖੁਆਰੀ ਹੀ ਖੁਆਰੀ ਹੈ। ਪੜ੍ਹੀ ਜਾਓ ਜਿੰਨਾ ਮਰਜ਼ੀ, ਖੁਆਰ ਹੋਏ ਸਭ ਮਿਲेंगे। ਬੱਚੇ ਸ਼ਰਨ ਜੋ ਹੋਏ, ਜੇ ਅਸੀਂ ਸ਼ਰਨ ਵਿੱਚ ਹੀ ਨਹੀਂ ਆ ਤੇ ਬਚਾ ਵੀ ਨਹੀਂ ਹੈ ਫਿਰ ਸਾਡਾ, ਤੇ ਫਿਰ ਖੁਆਰੀ ਵੀ ਨਹੀਂ ਮੁੱਕਣੀ। ਮਿਲਾਂਗੇ ਤਾਂ ਸੱਚ ਕਦੋਂ ਪ੍ਰਗਟ ਹੋਏਗਾ? ਇਹ ਉਹਨਾਂ ਦਾ ਹੋਏਗਾ ਜਿਹੜੇ ਬੱਚੇ ਸ਼ਰਨ 'ਚ ਹੋਏ, ਜਿਹੜੇ ਸ਼ਰਨ ਵਿੱਚ ਆ ਗਏ। ਜਿਹੜੇ ਸ਼ਰਨ ਵਿੱਚ ਨਹੀਂ ਆਏ ਉਹ ਨਾ ਹੀ ਬਚਾਓ ਹੈ। ਅੱਜ ਸਾਡੇ ਆਪਣੇ ਘਰਾਂ ਦੇ ਵਿੱਚ, ਮੈਂ ਸ਼ਿਕਾਗੋ ਸੀ ਤੇ ਉੱਥੇ ਬੱਚੇ ਮੈਨੂੰ ਮਿਲਣ ਵਾਸਤੇ ਆਏ, ਗੁਰਸਿੱਖ ਪਰਿਵਾਰਾਂ ਦੇ ਬੱਚੇ, ਤੇ ਮੈਨੂੰ ਕਹਿੰਦੇ ਸਿੰਘ ਸਾਹਿਬ ਅਸੀਂ ਤੁਹਾਨੂੰ ਮਿਲਣਾ ਹੈ, ਪਰ ਪਲੀਜ਼ ਅਸੀਂ ਇਕੱਲਿਆਂ ਮਿਲਣਾ ਤੁਹਾਨੂੰ, ਸਾਡੇ ਮੰਮੀ ਡੈਡੀ ਪੇਰੈਂਟਸ ਨਹੀਂ ਵਿੱਚ ਹੋਣੇ ਚਾਹੀਦੇ। ਤੇ ਮੈਨੂੰ ਝਟਕਾ ਵੱਜਿਆ, ਸ਼ੌਕ ਹੋ ਗਿਆ। ਇਹ ਬੱਚੇ ਕੀ ਕਹਿ ਰਹੇ ਨੇ? ਕਹਿੰਦੇ ਸਾਡੇ ਮੰਮੀ ਡੈਡ ਨੂੰ ਵਿੱਚ ਨਹੀਂ ਬਿਠਾਉਣਾ, ਅਸੀਂ ਇਕੱਲਿਆਂ ਤੁਹਾਨੂੰ ਮਿਲਣਾ ਚਾਹੁੰਦੇ। ਚਲੋ ਮੈਂ ਕਿਹਾ ਕੋਈ ਗੱਲ ਨਹੀਂ। ਪਰ ਮੈਂ ਉੱਥੇ ਜਦੋਂ ਸ਼ਾਮ ਨੂੰ ਮੈਨੂੰ ਮਿਲਣ ਆਏ ਤੇ ਮੈਂ ਤੁਹਾਨੂੰ ਮਹਾਰਾਜ ਦੀ ਹਜ਼ੂਰੀ 'ਚ ਸਮਾਰਿਆਂ ਕਰ ਲਿਆ। ਮੈਂ ਬੱਚਿਆਂ ਨੂੰ ਪੁੱਛਿਆ ਔਰ ਮੈਨੂੰ ਖਿਮਾ ਕਰ ਦੇਣਾ, ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ ਮੇਰੀ ਧਾਰਮਿਕ ਜਨਾਬ ਧਾਰਮਿਕ ਸ਼੍ਰੀ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਬੱਚੀ ਵੀ ਵਿੱਚ ਸੀ। ਉਹਨਾਂ ਨੂੰ ਪੁੱਛਿਆ ਬੇਟਾ ਕੀ ਗੱਲ ਤੁਸੀਂ ਮਾਂ ਪਿਓ ਨੂੰ ਵਿੱਚ ਕਿਉਂ ਨਹੀਂ ਬਿਠਾਉਣਾ? ਦੇ ਆਰ ਲਾਇਰ, ਕਹਿੰਦੇ ਝੂਠੇ ਨੇ, ਕਹਿੰਦੇ ਸਾਡੇ ਮੰਮੀ ਡੈਡੀ ਝੂਠੇ ਨੇ। ਉਹ ਜਦੋਂ ਘਰ ਵਿੱਚ ਹੁੰਦੇ ਆ ਤੇ ਉੱਥੇ ਤੇ ਪੈਗ ਵੀ ਲਾਉਂਦੇ ਆ, ਉੱਥੇ ਹੋਰ ਵੀ ਪੁੱਠੇ ਕੰਮ ਸਾਰੇ ਕਰਦੇ ਆ, ਤੇ ਗੁਰੂ ਦੇ ਦਰਬਾਰ 'ਚ ਜਦੋਂ ਜਾਂਦੇ ਆ ਉੱਥੇ ਕੁਛ ਹੋਰ ਬਣ ਜਾਂਦੇ ਆ ਜਾ ਕੇ। ਅੱਜ ਜਦੋਂ ਅਕਾਲੀ ਕੌਰ ਸਿੰਘ ਨੂੰ ਅਸੀਂ ਯਾਦ ਕਰ ਰਹੇ ਹਾਂ ਤਾਂ ਘੱਟੋ ਘੱਟ ਆਪਣਾ ਆਤਮ ਚਿੰਤਨ ਕਰੀਏ। ਗੁਰੂ ਪਿਆਰਿਓ, ਮੈਂ ਇੱਥੋਂ ਬੇਨਤੀ ਸ਼ੁਰੂ ਕੀਤੀ ਸੀ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਅਸੀਂ ਕਮਾਈ ਦਾ ਧਿਆਨ ਜੇ ਨਹੀਂ ਧਰਾਂਗੇ ਤੇ ਫਿਰ ਇਹ ਅਕਾਲੀ ਫੂਲਾ ਸਿੰਘ, ਅਕਾਲੀ ਕੌਰ ਸਿੰਘ ਰਹਿ ਜਾਏਗਾ। ਉਹ ਆਪਣੀ ਕਮਾਈ ਕਰਕੇ ਤੁਰ ਗਏ ਨੇ। ਗੁਰਸਿੱਖ ਪਰਿਵਾਰ ਚੋਂ ਜਨਮ ਲੈ ਕੇ ਗੁਰਸਿੱਖ ਵਾਲਾ ਜੀਵਨ ਜੀਉ ਕੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਆਪਣੇ ਜੀਵਨ ਦੇ ਆਖਰੀ ਸਵਾਸ ਤੱਕ ਕੌਮ ਵਾਸਤੇ, ਲੋੜਵੰਦਾਂ ਵਾਸਤੇ, ਬੱਚੇ ਬੱਚੀਆਂ ਵਾਸਤੇ ਸੋਚਦਿਆਂ ਭਾਵੇਂ ਸਰੀਰਕ ਤਕਲੀਫ ਹੋ ਗਈ, ਪਰ ਆਪਣੀ ਚੇਤਨਾ ਵਿੱਚੋਂ ਪਰਉਪਕਾਰ ਕੋ ਮਹਾ ਦਾ ਬ੍ਰਹਮ ਗਿਆਨੀ ਵਾਲਾ ਉਹ ਸੰਕਲਪ ਨਹੀਂ ਨਿਕਲਿਆ। ਤੇ ਅੱਜ ਸਾਡੇ ਘਰਾਂ ਵਿੱਚ ਕੀ ਹੋ ਗਿਆ? ਸਾਡੇ ਬੱਚੇ ਸਾਨੂੰ ਮੇਰੇ ਕੋਲ ਸ਼ਿਕਵੇ ਆਉਂਦੇ ਆ ਬਾਰ-ਬਾਰ ਕਿ ਕੀ ਕਰੀਏ ਜੀ, ਬੱਚੇ ਸੁਣਦੇ ਨਹੀਂ ਹੈ, ਬੱਚੇ ਮੰਨਦੇ ਨਹੀਂ। ਓਏ ਭਲਿਓ, ਕਦੀ ਮਾਂ ਪਿਓ ਦੇ ਤੌਰ ਤੇ ਬੈਠ ਕੇ, ਸਿੱਖ ਮਾਂ ਪਿਓ ਦੇ ਤੌਰ ਤੇ ਬੈਠ ਕੇ, ਸਿੱਖ ਪਤੀ ਪਤਨੀ ਦੇ ਤੌਰ ਤੇ ਬੈਠ ਕੇ ਕਦੀ ਆਤਮ ਚਿੰਤਨ ਕੀਤਾ? ਤੁਸੀਂ 2 ਘੜੀ ਆਪਣੇ ਘਰ ਦੇ ਵਿੱਚ ਤੁਹਾਡੇ ਕੋਲ ਸੁਣਾਉਣ ਵਾਸਤੇ ਹੈ ਕੀ? ਆਪਣੇ ਬੱਚਿਆਂ ਕੋਲ ਕੀ ਸੁਣਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ? ਮੈਂ ਤਾਂ ਕਾਲੂ ਜੀ ਵੀ ਕਿਸੇ ਵੇਲੇ ਗੁਰੂ ਨਾਨਕ ਸਾਹਿਬ ਕੋਲੋਂ ਆਸ ਰੱਖਦੇ ਸੀ, ਮੇਰਾ ਪੁੱਤਰ ਨਾ ਸਮਝ ਆਇਆ, ਇਹਨੂੰ ਨਾ ਵਪਾਰ ਕਰਨਾ ਆਇਆ, ਨਾ ਇਹਨੂੰ ਖੇਤੀ ਕਰਨੀ ਆਈ, ਨਾ ਇਹਨੂੰ ਪਸ਼ੂ ਚਰਾਉਣੇ ਆਏ, ਨਾ ਇਹਨੂੰ ਨੌਕਰੀ ਕਰਨੀ ਆਈ। ਚੰਗਾ ਭਲਾ ਮੋਦੀ ਖਾਨੇ 'ਚ ਲਵਾਇਆ ਤੇ ਮੈਂ ਆ ਕੇ ਪੁੱਛਿਆ ਕੀ 4 ਪੈਸੇ ਬਚਾਏ, ਕੋਈ ਸੇਵਿੰਗ ਕੀਤੀ ਕਿ ਨਹੀਂ ਕੋਈ ਕੀਤੀ? ਤੇ ਅੱਗੋਂ ਜਵਾਬ ਮਿਲਿਆ, ਪਾਤਸ਼ਾਹ ਪਿਤਾ ਜੀ ਇੱਧਰੋਂ ਆਉਂਦੀ ਹੈ ਤੇ ਉੱਧਰੋਂ ਚਲੀ ਜਾਂਦੀ ਹੈ। ਕਹਿੰਦੇ ਤੈਨੂੰ ਨਹੀਂ ਸਮਝ ਆਉਣੀ ਜ਼ਿੰਦਗੀ 'ਚ। ਅੱਜ ਸਾਡੇ ਮਾਂ ਪਿਓ ਦਾ ਇਹੀ ਹਾਲ ਹੈ। ਸਾਡਾ ਬੱਚਾ ਚੰਗਾ ਬਿਜ਼ਨਸਮੈਨ ਬਣ ਜਾਏ, ਚੰਗੀਆਂ ਵੱਡੀਆਂ ਪਦਵੀਆਂ ਤੇ ਚੱਲ ਜਾਏ, ਫਲਾਣਾ ਮਿਲ ਜਾਏ, ਉਹਨੂੰ ਫਲਾਣਾ ਮਿਲ ਜਾਏ, ਐਡੀਆਂ ਜਾਇਦਾਦਾਂ। ਤੇ ਅਸੀਂ ਬੜੇ ਮਾਣ ਨਾਲ ਦੱਸਦੇ ਆਪਣੇ ਪੁੱਤਰਾਂ ਧੀਆਂ ਵਾਸਤੇ ਇੰਨੀਆਂ ਜਾਇਦਾਦਾਂ ਬਣਾਤੀਆਂ, ਭਾਵੇਂ ਉਹ 2 ਨੰਬਰ ਦੇ ਧੰਦਿਆਂ 'ਚ ਬਣਾਈਆਂ, ਜੇ ਕਿਵੇਂ ਬਣਾਈਆਂ ਜੋ ਕੁਛ। ਪਰ ਇਹ ਕਿਤੇ ਕੋਈ ਮਾਣ ਨਾਲ ਨਹੀਂ ਗੱਲ ਕਰਦਾ ਕਿ ਮੈਂ ਆਪਣੇ ਬੱਚਿਆਂ ਨੂੰ ਗੁਰੂ ਦੀ ਬਾਣੀ ਨਾਲ ਕਹਿੰਦਾ ਜੋ ਆਪ ਘਰ ਵਿੱਚ ਕਿਤੇ ਸਤਸੰਗ ਕੀਤਾ ਹੈ।
ਆਪ ਕਿਤੇ ਆਪਣੇ ਬੱਚਿਆਂ ਨਾਲ ਬੈਠ ਕੇ ਜਪਜੀ ਦਾ ਪਾਠ ਕੀਤਾ ਹੈ, ਆਪਣੇ ਬੱਚਿਆਂ ਨਾਲ ਬੈਠ ਕੇ ਅੱਜ ਮੈਂ ਰਹਿਰਾਸ ਸਾਹਿਬ ਦਾ ਪਾਠ ਕੀਤਾ ਹੈ। ਅੱਜ ਮੈਂ ਆਪਣੇ ਬੱਚਿਆਂ ਨੂੰ ਇੱਥੇ ਕੰਪੀਟੀਸ਼ਨ ਕਰਾਉਂਦੇ ਆ ਗੁਰਦੁਆਰਿਆਂ ਦੇ ਵਿੱਚ, ਪੰਜ ਪਿਆਰਿਆਂ ਦੇ ਅੰਕਲ ਆਏ ਨੇ ਘਰ ਜਾਂ ਦਸਾਂ ਪਾਤਸ਼ਾਹੀਆਂ ਦੇ ਨਾਮ ਸੁਣਾ, ਇੱਥੇ ਕੰਪੀਟੀਸ਼ਨ ਅਸੀਂ ਰੱਖਦੇ ਹਾਂ ਜੀ। ਅਰੇ ਭਲਿਓ, ਜਿਹੜੀ ਗੱਲ ਗੁਰੂ ਕੇ ਸਿੱਖ ਦੇ ਬੱਚੇ ਦੇ ਜੀਵਨ ਵਿੱਚ ਸਹਿਜ ਸੁਭਾਏ ਆ ਜਾਣੀ ਚਾਹੀਦੀ ਸੀਗੀ, ਮਾਂ ਦੇ ਦੁੱਧ ਪੀਣ ਤੋਂ ਸ਼ੁਰੂ ਕਰਕੇ ਮਾਂ ਦੀ ਗੋਦੀ ਚੋਂ ਸ਼ੁਰੂ ਹੋ ਕੇ ਉਹਨੂੰ ਤੁਸੀਂ ਕੰਪੀਟੀਸ਼ਨਾਂ ਰਾਹੀਂ ਕਰਾਉਣ ਦੇ ਲਈ ਕਿਹੜੇ ਪਾਸੇ ਤੁਰ ਪਏ? ਇੰਨਾ ਅਵੇਸਲਾਪਣ, ਇੰਨੀ ਮੋਹ ਮਾਇਆ ਦੀ ਨੀਂਦ, ਇੰਨੀ ਪਕੜ ਸਾਡੀ ਮੈਂ ਮੇਰਾ ਤੋਂ ਸ਼ੁਰੂ ਹੋ ਕੇ ਜ਼ਿੰਦਗੀ ਮੈਂ ਮੇਰਾ ਤੇ ਮੁੱਕ ਗਈ। ਕਦੀ ਤੂੰ ਤੇਰਾ ਤੇਰਾ ਨਹੀਂ ਆਇਆ। ਤੇ ਭਾਈ ਅਕਾਲੀ ਗੌਰ ਸਿੰਘ ਹੋਰਾਂ ਕੋਲ ਇਹੀ ਹੈ। ਯਾਦ ਰੱਖੀਏ, ਮੇਰਾ ਸਮਾਪਤੀ ਦਾ ਸਮਾਂ ਹੋ ਗਿਆ। ਅਕਾਲੀ ਭਾਈ ਕੌਰ ਸਿੰਘ ਜੀ ਨੇ ਐਵੇਂ ਆਪਣੇ ਨਾਲ ਤਖੱਲਸ ਨਹੀਂ ਸੀ ਲਾਇਆ। ਜਦੋਂ ਇਹ ਅਕਾਲੀ ਲਹਿਰ ਚੱਲੀ ਸੀ, ਉਸ ਵੇਲੇ ਇੱਕ ਉੱਚੀ ਬਚਨ ਚੱਲਦਾ ਹੁੰਦਾ ਸੀਗਾ, ਔਰ ਉਹ ਕੇਵਲ ਸਲੋਗਨ ਨਹੀਂ ਸੀ, ਕਹਿਣ ਵਾਸਤੇ ਫਿਕਰਾ ਦੁਹਰਾਇਆ ਨਹੀਂ ਸੀ ਜਾਂਦਾ। ਉਹਨਾਂ ਦੀ ਸੁਰਤੀ ਬਿਰਤੀ ਵਿੱਚ ਇਹ ਸੀ, ਉਹਨਾਂ ਦੇ ਰੋਮ ਰੋਮ ਵਿੱਚ ਸੀ, ਰਾਖਾ ਆਪ ਅਕਾਲ ਅਕਾਲੀਆਂ ਦਾ। ਅਕਾਲੀ ਮਤਲਬ ਜਿਨ੍ਹਾਂ ਨੇ ਅਕਾਲ ਦੇ ਨਾਲ ਸੁਰਤੀ ਬਿਰਤੀ ਕਰਕੇ ਮਨ ਵਚਨ ਕਰਮ ਕਰਕੇ ਸਾਂਝ ਪਾ ਲਈ ਹੈ, ਜਿਹੜੇ ਅਕਾਲ ਨਾਲ ਏਦਾਂ ਜੁੜ ਗਏ ਨੇ ਕਿ ਅਕਾਲ ਪੁਰਖ ਵਿੱਚ ਤੇ ਉਹਨਾਂ ਵਿੱਚ ਫਰਕ ਨਹੀਂ ਰਹਿ ਗਿਆ। ਤੇ ਅਕਾਲ ਪੁਰਖ ਨਾਲ ਜੋੜਨ ਵਾਲਾ ਗੁਰਪ੍ਰਸਾਦ ਗੁਰੂ ਦੀ ਮੱਤ ਨਾਲ ਏਦਾਂ ਜੁੜੇ ਕਿ ਗੁਰੂ ਨੇ ਕਿਹਾ ਵੀ ਤੂੰ ਮੇਰੇ ਨਾਲ ਜੁੜਿਆ, ਹੁਣ ਮੈਂ ਤੈਨੂੰ ਚੱਲ ਅਕਾਲ ਨਾਲ ਜੁੜਨਾ ਸਿਖਾਵਾਂ। ਤੇ ਅਕਾਲੀ ਜੀ ਨੇ ਇਹ ਅਕਾਲੀ ਤਖੱਲਸ ਨਹੀਂ ਸੀ ਰੱਖਿਆ। ਅਕਾਲੀਅਤ ਹੈ ਉਹਨਾਂ ਦੇ ਅੰਦਰ, ਅਕਾਲ ਨਾਲ ਜੁੜੇ ਰਹਿਣ ਦੀ। ਮੈਂ ਤੋਂ ਤੂੰ ਤੱਕ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਤੂੰ। ਇਹ ਬਿਰਤੀ ਦ੍ਰਿੜ ਕੀਤੀ, ਇਸ ਬਿਰਤੀ ਨੂੰ ਅਮਲ ਵਿੱਚ ਲਿਆਂਦਾ। ਵੱਡੇ ਤੋਂ ਵੱਡਾ ਕੋਈ ਕਾਰਜ, ਭਾਵੇਂ ਉਹ ਰਾਜਨੀਤਿਕ ਪੱਖ ਤੋਂ ਸੀ, ਭਾਵੇਂ ਉਹ ਸਮਾਜ ਸੁਧਾਰ ਦਾ ਸੀ, ਭਾਵੇਂ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਸੀ, ਭਾਵੇਂ ਉੱਧਰੋਂ ਰਿਫਿਊਜੀ ਬਣ ਕੇ ਆਇਆ ਨੂੰ ਰੋਜ਼ੀ ਰੋਟੀ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਰਹਿਣ ਸਹਿਣ ਲਈ ਇੰਤਜ਼ਾਮ ਕਰਾਉਣ ਦਾ ਸੀ, ਭਾਵੇਂ ਉਹ ਕੋਈ ਧਾਰਮਿਕ ਕੰਮ ਸੀ, ਹਰ ਕੰਮ ਦੇ ਵਿੱਚ ਉਹਨਾਂ ਦੀ ਅਕਾਲੀਅਤ। ਮੈਂ ਨਾਮੀ ਪ੍ਰਭ ਸਭ ਕੁਛ ਤੇਰਾ, ਮੈਂ ਨਾਮੀ ਪ੍ਰਭ ਸਭ ਕੁਛ ਤੇਰਾ। ਪਾਤਸ਼ਾਹ ਮੈਂ ਨਹੀਂ ਕੁਛ ਕਰਨ ਜੋ, ਇਸ ਕਰਕੇ ਕੋਈ ਮੈਨੂੰ ਕਹੇ ਕਿ ਆਹ ਪਦਵੀ ਲੈ ਲਓ, ਆਹ ਅਹੁਦਾ ਲੈ ਲਓ, ਆਹ ਨਹੀਂ। ਜਦੋਂ ਮੈਂ ਕੀਤਾ ਹੀ ਕੁਛ ਨਹੀਂ, ਫਿਰ ਅਹੁਦੇਦਾਰ। ਤੇ ਅੱਜ ਬਗੈਰ ਕੀਤੇ ਤੋਂ ਹੀ ਅਹੁਦੇਦਾਰੀਆਂ ਦੇ ਵਾਸਤੇ ਅਸੀਂ ਦੌੜ ਪਏ। ਆਪਣੇ ਸਿੱਖ ਭਰਾ, ਹੁਣ ਜੋ ਕੁਛ ਹੋ ਰਿਹਾ ਹੈ, ਕੱਲ ਵੀ ਜੋ ਕੁਛ ਹੋਇਆ, ਤੁਹਾਨੂੰ ਸਾਰਿਆਂ ਨੂੰ ਪਤਾ ਤੇ ਇਹ ਕਿਉਂ ਹੁੰਦਾ? ਕਿਉਂਕਿ ਅਕਾਲੀ ਕੌਰ ਸਿੰਘ ਸਾਡੇ ਵਿੱਚੋਂ ਮਨਫੀ ਹੋ ਗਿਆ। ਅਕਾਲੀ ਕੌਰ ਸਿੰਘ ਵਾਲੀ ਅਕਾਲੀਅਤ ਮਨਫੀ ਹੋ ਗਈ, ਨਾਮ ਦੇ ਅਕਾਲੀ ਰਹਿ ਗਏ। ਤੇ ਨਿਹੰਗ ਵੀ ਐਵੇਂ ਨਹੀਂ ਸੀ ਆਪਣੇ ਨਾਲ ਅਕਲ ਬਾਣਾ ਧਾਰਨ ਕਰਕੇ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਨੇ ਐਵੇਂ ਸਿਰਫ ਨਿਹੰਗ ਵਾਲਾ ਬਾਣਾ ਕਰਕੇ ਆਪਣੇ ਆਪ ਨੂੰ ਨਿਹੰਗ ਨਹੀਂ ਆਖਿਆ। ਹੰਕਤਾ ਤੋਂ ਰਹਿ, ਹੰਕਾਰ ਤੋਂ ਰਹਿ। ਜਦੋਂ ਵੀ ਕਿਤੇ ਅਹੁਦੇ ਦੀ ਕੋਈ ਗੱਲ ਆਈ, ਨਹੀਂ ਤੁਸੀਂ ਅੱਗੇ ਲੱਗੋ। ਅਕਾਲੀ ਲਹਿਰ ਚਲਾਈ, ਭਾਵੇਂ ਗੁਰਦੁਆਰਾ ਸੁਧਾਰ ਲਹਿਰ ਚੱਲੇ, ਭਾਵੇਂ ਹਰ ਲਹਿਰ ਦੇ ਵਿੱਚ ਅੱਗੇ ਹੋ ਕੇ ਕੰਮ ਤੇ ਕੀਤਾ। ਪਰ ਜਦੋਂ ਕਿਤੇ ਆਪਾ ਜਣਾਉਣ ਦੀ ਗੱਲ ਆਈ ਤੇ ਅਖੀਰ ਤੇ ਖੜ ਗਿਆ। ਅੱਜ ਕਿੱਥੇ ਹੈ ਉਹ ਬਿਰਤੀ, ਉਹ ਸੋਚ ਕਿੱਥੇ? ਉਹਨਾਂ ਦਾ ਦਿਨ ਮਨਾਉਣ ਵਾਲਿਓ, ਮੇਰੇ ਸਮੇਤ ਕਿੱਦਣ ਅਸੀਂ ਆਤਮ ਚਿੰਤਨ ਕਰਾਂਗੇ, ਕਿੱਦਣ ਸਵੈ ਪਰਚੋਲ ਕਰਾਂਗੇ? ਅਸੀਂ ਕੋਈ ਮਾੜੀ ਜਿਹੀ ਗੱਲ ਕਰੀਏ ਸੀ। ਮੈਨੂੰ ਕਹਿ ਰਹੇ ਸੀਗੇ ਕੱਲ ਕਿ ਥੋੜਾ ਜਿਹਾ ਅਕਾਲੀ ਜੀ ਦੇ ਨਾਮ ਤੇ ਟਰਸਟ ਬਣਾਉਣ ਦੀ ਗੱਲ ਕੀਤੀ ਤੇ ਚੌਧਰਾਂ ਦੇ ਵਿੱਚ ਹੀ ਉੱਥੇ ਉਲਝ ਕੇ ਰਹਿ ਗਏ। ਕੰਮ ਫਿਰ ਧਰੇ ਧਰਾਏ ਰਹਿ ਗਏ।
तो मैं बेनती करके तुहाडे कोलों विदा लेनी है। अज भी ना कौम कोल साधना की घाट है, ना चाव की घाट है, ना समर्था की घाट है। सिर्फ कौमी चेतना कौम के अंदर की उस साधना की समर्था की बिरती में चैनलाइज करने वाले सज्जन नहीं है, जिहड़े अकाली जी वांग काम अगे लग के करन, पर नामने दे विच अपने आप को सब तो पिछे रखन, काम करने वास्ते सब तो आगे। तिन्हां दी कमाई का ध्यान करके बोलो जी, अज कमाई का तो ध्यान करना पएगा गुरु प्यारिओ। इदां नहीं, लंगरां वास्ते इकट्ठे ना हो, भाईचारिਆਂ ਦੇ नाम ते नहीं, गुरु के नाम ते, पंथ के नाम ते, मानवता के नाम ते इन्हां बच्चे बच्चियां जिन्होंने प्राप्त करने वास्ते सुखना सुखते रहे, धी मिल जाए, पुत्र मिल जाए, तंदुरुस्तियां मिल जाए, रोजी रोटी मिल जाए, इन्हां बच्चों का वास्ता जे गुरु कोलों मंग के लए ने, गुरु दे नाम ते, गुरु कोल आके इन्हां दे नाम रखे ने, तां फिर उस गुरु की दात समझ के पति पत्नी पूरबले संजोगां नाल बन गए, माँ प्यो वाहिगुरू जी ने अपने हुक्म च बनाता, औलाद भेज के सिख माँ प्यो कदों बनांगे, धर्मी पति पत्नी कदों बनांगे, धर्मी माँ प्यो कदों बनांगे? कि एक एक दिन इदां ही निकल जाएगा साडी जिंदगी का? कि इदां ही दिन मना के फिर असीं आपो अपने घरां धन्नवाद करके एक दूजे दे चले जावांगे? गुरु सवारे गुरु के कीर्तनीए आ गए ने हजूरी रबी हरिमंदिर साहिब ते, वाहिगुरू जी की बख्शी रसना नाल तुहानूं इन्हां ने सतगुरु जी की बाणी का गायन सुनाउणा है। पर गुरु प्यारे, गुरु का वास्ता है, ये कर्मकांड ना मन ठगी। ये नहीं मैं कह रहा कि प्यार ना करो, अपने बच्चों के फर्ज ना अदा करो, किरत कमाइयां ना करो, पर इन्हां बच्चों सिख बनाउण लई, गुरु के सेवक बनाउण लई, इन्हां अपने स्वरूप ते मान करन दे लई चेतना कौन पैदा करेगा? करी जाओ गिले शिकवे, फलाने ने पुराने प्रधान ने वो नहीं किया जी, फलाने ने नहीं किया, वो तुसी की कीता भाई? कि सिख मां प्यो बनने वास्ते भी किसी प्रधान सकत्तर की, किसी जथेदार की अगवाई की लोड़ है? कि सिख पति पत्नी बनने वास्ते भी किसी जथेदार की, वैसे किसी प्रधान सकत्तर की अगवाई की लोड़ है, किसी श्रोमणी कमेटी की लोड़ है? तुहाडे ते गुरु दे विचकार कौन आ गया? कमजोरियां साडियां अपनियां ते दोष असीं महाराज कहंदे ना एवें भुलेखे च ना रहो, दद्दा दोष ना देवो किसे, दोष कर्मा अपने, जो मैं किया सो मैं पाया, दोष ना दीजिए वजन। अपने परिवारां नूं आप संभालना है तुसीं। ਇਹ गुरु घर बना रहे असीं, पर इन्हां गुरु घरां दे विच इन्हां गुरसिख बच्चे बच्चियां नूं किवें बैठना सिखाउणा है। इन्हां वास्ते तड़पे हो अकाली कौर सिंह जी, इन्हां बच्चे बच्चियां नूं गुरु नाल जोड़न वास्ते व्याकुल हो के जफर जालते रहे हो। अपने शरीर की परवाह नहीं की, अपने जेब दे विच जे कोई 4 पैसे भी सीगे वो भी लाते लेके। आ गुरु नानक आश्रम जिहड़ा जगार बनाया उन्होंने किहदे वास्ते बनाया? अपने लिए तो डेरा नहीं बनाया, महत्वपूर्ण अपनी पूजा मानता वास्ते तो नहीं, अपने आप को साधु संत कहाउण वास्ते, मत्थे टिकाउण वास्ते तो नहीं सीखना। झोलियां अड़ते रहे जाके बड़े दिन आटा कादे वास्ते? अपने लिए बड़े सुख साधन बना के डेरे बना के ते अपनी ऐशो इशरत वास्ते तो नहीं सी, पूजा मानता वास्ते तो नहीं। बच्चे बच्चियां ने संभालिया। अज मैं बेनती करके विदा लवां, थोड़ा कर लो। पंज गुरु के सिख इकट्ठे हुए ते 4 बच्चियां की सेवा संभाल वास्ते जिम्मेवारी चुक लो।
किसी की पढ़ाई के वास्ते उन्होंने यही किया, किसी की दुआ दुआरों वास्ते, किसी को कोई छोटा जिहा कारोबार अपनी वित्त अनुसार कर लो। कड़ियां कमेटियां वाले पासे क्यों देखते हो जी? श्रोमणी कमेटी तुहाडी कोई मदद करे फलाना, कोई मदद करे फलाना। भाई अपना दसवंध कड्ढण दा ते हुक्म है ना गुरु का। जे तुहाडे कोलों 100 रुपया दसवंध निकलदा है, वो ईमानदारी नाल 100 कढ के ही तुसीं किसी लोड़वंद दी अपने गुरसिख बच्चे बच्ची दी विद्या दी, 5 गुरु के सिख घर च बैठ के फैसला करना किहड़ियां कमेटियां दी किहड़े ट्रस्टां दी, वो 500 रुपये नाल ही तुर पो। तुसीं सारी दुनिया नूं ब्रह्म ज्ञानी बनाउण दा ठेका ते नहीं लिया। जिन्ना क बल है तुहाडे कोल, जिन्नी क समर्थ है, ਉਹਦੇ ਤੁਰੋ ਨਾ। ਅਕਾਲੀ ਕੌਰ ਸਿੰਘ ਜੀ ਇਦਾਂ ਹੀ ਤੁਰੇ ਸੀਗੇ ਤੇ ਤੁਰਦੇ ਤੁਰਦੇ ਜਿੰਨਾ ਕੁ ਤੁਰਿਆ ਗਿਆ ਤੁਰੇ, ਫਿਰ ਨਾਲ ਕਾਫਲਾ ਰਲਦਾ ਗਿਆ ਤੇ ਏਡੇ ਏਡੇ ਵੱਡੇ ਆਸ਼ਰਮ ਬਣਾ ਲਏ। ਅਖੀਰ ਤੱਕ ਸੰਗਰੂਰ ਕੈਂਪ ਪਟਿਆਲੇ ਭਾਵੇਂ ਸਰੀਰ ਨੂੰ ਕਸ਼ਟ ਵੀ ਹੋ ਗਿਆ ਸੀ, ਪਰ ਫਿਰ ਵੀ ਪਰ ਉਪਕਾਰ ਉਮਾਹਾ ਦੀ ਬਿਰਤੀ ਨਹੀਂ ਛੱਡੀ। ਤੇ ਅੱਜ ਮੈਂ ਬੇਨਤੀ ਕਰਾਂ ਕਿ ਆਪਣੇ ਜਿੰਨੇ ਤੁਸੀਂ ਇੱਥੇ ਬੈਠੇ ਹੋ, ਉਹਨਾਂ ਵਿੱਚੋਂ ਬਗੈਰ ਚਰਚਾ ਕੀਤਿਆਂ, ਬਗੈਰ ਅਹੁਦੇਦਾਰੀਆਂ ਦੀ ਭੁੱਖ ਤੋਂ ਜਿੰਨੇ ਵੀ ਗੁਰਸਿੱਖ ਇਕੱਠੇ ਹੋ ਸਕਦੇ ਹੋ, ਉਹਨਾਂ ਦੀ ਕਮਾਈ ਦਾ ਧਿਆਨ ਧਰਦਿਆਂ ਧਰਦਿਆਂ ਉਹਨਾਂ ਵਰਗੀ ਕਮਾਈ ਕਰਨ ਦੇ ਲਈ ਜੋ ਕੁਛ ਹੋ ਸਕਦਾ ਹੈ, ਕਿਸੇ ਦੀ ਵਿਦਿਆ ਦੇ ਵਾਸਤੇ ਪ੍ਰਬੰਧ ਹੋ ਸਕਦਾ ਹੈ, ਕਿਸੇ ਦੀ ਦੁਆ ਦਾਰੂ ਵਾਸਤੇ ਪ੍ਰਬੰਧ ਹੋ ਸਕਦਾ ਹੈ, ਬਗੈਰ ਚੌਧਰਾਂ ਦੀ ਭੁੱਖ ਦੇ ਕੰਮ ਕਰੋਗੇ, ਮਾਣ ਤਾਣ ਦੀ ਸੰਭਾਵਨਾ ਬਣੇਗੀ। ਤੇ ਜਦੋਂ ਮਾਣ ਤਾਣ ਦੀ ਸੰਭਾਵਨਾ ਬਣਦੀ, ਉਦੋਂ ਹੀ ਸਾਡੇ ਅੰਦਰ ਕੁਛ ਨਾ ਕੁਛ ਇਹੋ ਜਿਹਾ ਪਾਣਾ ਵਾਪਰ ਜਾਂਦਾ ਹੈ ਕਿ ਇਹਨੂੰ ਕਿਉਂ ਮਾਣ ਤਾਣ ਮਿਲਿਆ, ਮੈਨੂੰ ਕਿਉਂ ਨਹੀਂ ਮਿਲਿਆ, ਇਹ ਕਿਉਂ, ਮੈਂ ਕਿਉਂ ਨਹੀਂ, ਇਹਦੀ ਵਾਹਵਾ ਕਿਉਂ, ਮੇਰੀ ਕਿਉਂ ਨਹੀਂ। ਬਸ ਇੱਥੇ ਆ ਕੇ ਅਕਾਲੀ ਕੌਰ ਸਿੰਘ ਸਾਡੇ ਵਿੱਚੋਂ ਗੁਆਚ ਜਾਂਦਾ ਹੈ, ਗੁਰੂ ਕਾ ਸਿੱਖ ਗੁਆਚ ਜਾਂਦਾ ਹੈ, ਦੁਨੀਆਦਾਰੀ ਹਾਵੀ ਹੋਈ ਜਾਂਦੀ। ਇਸੇ ਕਰਕੇ ਸਾਡੇ ਕੰਮ ਸਿਰੇ ਨਹੀਂ ਚੜ੍ਹ ਰਹੇ। ਅਸੀਂ ਠੂਠੇ ਚੱਕ ਕੇ ਇਹਨਾਂ ਰਾਜਨੀਤਿਕਾਂ ਦੇ ਪਿੱਛੇ ਭੱਜਦੇ ਫਿਰਦੇ ਹਾਂ, ਇਹਨਾਂ ਦੀਆਂ ਚਾਪਲੂਸੀਆਂ ਕਰਦੇ ਫਿਰਦੇ ਹਾਂ। ਸਾਨੂੰ ਗੁਰੂ 'ਤੇ ਭਰੋਸਾ ਨਹੀਂ ਰਿਹਾ, ਗੁਰੂ ਕਿਆਂ 'ਤੇ ਭਰੋਸਾ ਨਹੀਂ ਰਿਹਾ। ਇਹਨਾਂ ਰਾਜਨੀਤਿਕਾਂ ਦੇ ਪਿੱਛੇ ਇਹਨਾਂ ਨੂੰ ਬੁਲਾ ਬੁਲਾ ਕੇ ਇੱਥੇ ਵਿੱਚ ਹੀ ਕੀਰਤਨ ਛਡਵਾ ਕੇ ਵਿੱਚ ਲੈ ਕੇ ਉਹਨਾਂ ਨੂੰ ਸਰੋਪੇ ਦੇਣ 'ਤੇ, ਉਹਨਾਂ ਦੀਆਂ ਚਾਪਲੂਸੀਆਂ ਕਰਨ 'ਤੇ ਸਾਡਾ ਜ਼ੋਰ ਲੱਗ ਜਾਂਦਾ। ਕਿਤੇ ਉਹਨਾਂ ਨਾਲ ਫੋਟੋ ਖਿੱਚੀ ਜਾਵੇ ਸਾਡੇ, ਮਤਲਬ ਕਿਤੇ ਕੱਲ੍ਹ ਨੂੰ ਉਹ ਫੋਟੋ ਹੀ ਸਾਡੇ ਕੰਮ ਆ ਜਾਏ ਆਪਣੀਆਂ ਗਰਜ਼ਾਂ ਵਾਸਤੇ। ਅਕਾਲੀ ਕੌਰ ਸਿੰਘ ਨਹੀਂ ਜੰਮੇਗਾ ਤੁਹਾਡੇ ਵਿੱਚੋਂ ਦੁਬਾਰਾ ਫਿਰ ਨਾ। ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਕਹਿੰਦੇ ਹਾਂ। ਮਹਾਰਾਜ ਕਿਰਪਾ ਕਰਨ, ਉਹ ਕਮਾਈ ਦਾ ਧਿਆਨ ਧਰਦਿਆਂ, ਉਹ ਕਮਾਈ ਦਾ ਚਾਓ, ਉਹੋ ਜਿਹੀ ਕਮਾਈ ਦੀ ਭੁੱਖ, ਉਹੋ ਜਿਹੀ ਕਮਾਈ ਦੀ ਲਗਨ ਸਾਡੇ ਅੰਦਰ ਪੈਦਾ ਹੋ ਜਾਏ, ਤਾਂ ਕਿ ਗੁਰੂ ਦਾ ਸਿੱਖ ਬਣਨਾ ਸਾਡਾ ਪ੍ਰਵਾਨ ਹੋ ਜਾਏ। ਕਹਾਉਣਾ ਨਹੀਂ, ਬਣਨਾ ਉਹ ਪ੍ਰਵਾਨ ਹੋ ਜਾਏ। ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ ਆਪ ਜੀ ਦੇ ਅੱਗੇ ਮੈਂ ਝੋਲੀ ਅੱਡਦਾ ਕਿ ਬਿਨਾਂ ਦੇਰੀ ਤੋਂ ਕੁਝ ਫੈਸਲੇ ਕਰ ਲਓ। ਜ਼ਿੰਦਗੀ ਬਹੁਤ ਛੋਟੀ ਹੈ ਗੁਰੂ ਪਿਆਰਿਓ, ਇਹ ਇੱਕ ਇੱਕ ਦਿਨ ਕਰਕੇ ਲੰਘਦੀ ਜਾ ਰਹੀ ਹੈ। ਜੋ ਕੁਛ ਹੋ ਸਕਦਾ ਹੈ ਦਿਖਾਵੇ ਤੋਂ ਬਿਨਾਂ, ਚਰਚਾ ਤੋਂ ਬਿਨਾਂ ਉਹ ਕਰਨਾ ਸ਼ੁਰੂ ਕਰ ਦਿਓ। ਮੈਂ ਦੇਖਿਆ 30 ਸਾਲ ਮੈਂ ਲਗਾਤਾਰ ਇੰਟਰਫੇਥ ਕਾਨਫਰੰਸਾਂ ਵਿੱਚ ਦੁਨੀਆ ਦੀਆਂ ਕੌਮਾਂ ਦੇ ਧਾਰਮਿਕ ਮੁਖੀਆਂ ਨਾਲ, ਰਾਜਨੀਤਿਕਾਂ ਨਾਲ ਬੈਠਣ ਦਾ ਗੁਰੂ ਦੇ ਸ਼ਬਦ ਸਦਕਾ ਮੈਨੂੰ ਮੌਕਾ ਮਿਲਿਆ। ਮੈਂ ਦੇਖਿਆ ਹੈ ਅਰਬਾਂਪਤੀ ਬਿਨਾਂ ਕਿਸੇ ਚਰਚਾ ਤੋਂ ਆਪਣੀਆਂ ਪ੍ਰਾਪਰਟੀਆਂ ਬੱਚਿਆਂ ਦੇ ਨਾਮ ਲਾਉਣ ਦੀ ਬਜਾਏ ਉਹ ਚੈਰਿਟੀਆਂ ਨੂੰ ਦਾਨ ਕਰਕੇ ਫਿਰ ਨਾਲੇ ਕਹਿੰਦੇ ਹੈ ਕਿ ਸਾਡਾ ਨਾਮ ਨਹੀਂ ਲੈਣਾ। ਉਹ ਲੱਭਦੇ ਹੈ ਕਿੱਥੇ ਬੱਚੇ ਲੋੜਵੰਦ ਨੇ, ਕਿੱਥੇ ਬੱਚਿਆਂ ਨੂੰ ਵਿਦਿਆ ਦੀ ਲੋੜ ਹੈ, ਕਿੱਥੇ ਬੱਚਿਆਂ ਨੂੰ ਕਿਸੇ ਕਾਰੋਬਾਰ ਦੀ ਲੋੜ ਹੈ। ਉੱਥੇ ਦੀਆਂ ਸੁਸਾਇਟੀਆਂ ਨੇ ਕਹਿਣਾ ਲੈ ਲਓ ਪਰ ਸਾਡੀ ਚਰਚਾ ਨਾ ਕਰਿਓ। ਇਸ ਬੱਚੇ ਨੂੰ ਵੀ ਪਤਾ ਨਾ ਲੱਗੇ ਕਿ ਇਸ ਬੱਚੇ ਦੀ ਲੋੜ ਕਿਹਨੇ ਪੂਰੀ ਕੀਤੀ ਹੈ, ਇਹਨੂੰ ਵੀ ਨਾ ਪਤਾ ਲੱਗੇ, ਤਾਂ ਕਿ ਕੱਲ੍ਹ ਨੂੰ ਇਹੀ ਮੈਨੂੰ ਮੇਰਾ ਕਰਜ਼ਦਾਰ ਮਹਿਸੂਸ ਕਰੇ ਕਿ ਮੈਂ ਇਹਦਾ ਕਰਜ਼ ਲੈਣਾ। ਬਸ ਇਸ ਬਿਰਤੀ ਨਾਲ ਜਦੋਂ ਅਸੀਂ ਚੱਲਾਂਗੇ, ਫਿਰ ਅਕਾਲੀ ਕੌਰ ਸਿੰਘ ਹੋਰਾਂ ਦੀ ਯਾਦ ਮਨਾਈ ਗੁਰੂ ਸਫਲੀ ਕਰੇਗਾ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
वाहिगुरू जी का खालसा वाहिगुरू जी की फतेह। आप जी ने प्रोफेसर मनजीत सिंह जी क्योंकि साबका जथेदार श्री अकाल साहब केसगढ़ साहब 1 घंटे तो वध सਮਾं अकाली जी के जीवन से विचारां साझियां कीतियां हन। इत्थे दी संगतां वालों भरपूर सतह वालों का धन्नवाद दिया जाता है। नाल ही बेनती है कि कमेटी वालों ਸਰੋਪਾ जो दिता जा रहा है वो प्रवान कर संत जी उन्होंने ਸਰੋਪਾ देंगे। तो सो आओ पहले ਸਰੋਪਾ देने के बाद रागी सिंह भाई साहब भाई बलदेव सिंह जी बुलंदपुरी दरबार साहब हजूरागी पहुंच चुके हैं जो आज जी 1 घंटे राय कीर्तन जोड़ की कृपाता करेंगे। बोले सो वाहिगुरू जी का खालसा वाहिगुरू जी की फतेह। इन्हों का फिर एक बार बहुत बहुत धन्यवाद। आओ रागी सिंह पासों गुरबाणी का मनोहर कीर्तन श्रवण करिए जो श्री दरबार साहब हजूरागी हैं। आप जी जो नौजवानों के ऊपर फूल डिमांड पे पहुंचे हैं सो आओ कीर्तन श्रवण करिए भाई साहब जी पासों वाहिगुरू जी का खालसा वाहिगुरू जी की फतेह।